ਆਣੀ ਨਾਮ ਦਿਓ ਜੀਓ ਕੀ। ਇੱਥੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸੰਪੂਰਨ ਹੋਈ ਹੈ। ਹੁਣ ਅੱਗੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਗਤ ਨਾਮਦੇਵ ਜੀ ਦੀ ਬਾਣੀ ਲਿਖਵਾ ਰਹੇ ਹਨ। ਰਾਮ ਕਲੀ ਘਰ ਪਹਿਲਾ। ਰਾਮ ਕਲੀ ਰਾਗਣੀ ਵਿੱਚ ਪਹਿਲੇ ਸੁਰਤਾਲ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਸਾਡੇ ਜੀਆਂ ਦੇ ਭਲੇ ਲਈ ਭਗਤ ਨਾਮਦੇਵ ਜੀਓ ਕੀ ਬਾਣੀ ਨੂੰ ਲਿਖਵਾ ਰਹੇ ਨੇ। ਇੱਕੋ ਓੰਕਾਰ ਪ੍ਰਭੂ ਪਰਮਾਤਮਾ ਦਾ ਮੰਗਲ ਕਰਦੇ ਨੇ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਪੰਕਤੀ ਪੜੋ। ਆਨੀਲੇ ਕਾਗਦ ਕਾਟੀ ਲੈ ਗੂਡੀ। ਇਹ ਸ਼ਬਦ ਹੀ ਆਪਾਂ ਕਥਾ ਕਰਨੀ ਹੈ। ਪਹਿਲਾਂ ਅੱਖਰ ਸਰਵਣ ਕਰੋ, ਫਿਰ ਇਹਦੀ ਉਥਾਨਕਾ ਇਹਦੀ ਸਾਖੀ ਆਪ ਜੀ ਨੂੰ ਸਰਵਣ ਕਰਾਉਂਦੇ ਆ। ਭਗਤ ਨਾਮਦੇਵ ਜੀ ਪਰਮੇਸ਼ਰ ਦਾ ਚਿੰਤਨ ਕਰਦਿਆਂ ਨਾਲ ਹੀ ਕੱਪੜਿਆਂ ਦੇ ਰੰਗਣ ਅਤੇ ਛਾਪਣ ਦਾ ਕੰਮ ਕਰਿਆ ਕਰਦੇ, ਕਿਉਂਕਿ ਸ਼ਿੰਬਾ ਜਾਤ ਸੀਗੀ। ਇਹਨਾਂ ਦੇ ਸਮਕਾਲੀ ਭਗਤ ਲੋਚਨ ਜੀ ਹੋਏ ਨੇ, ਜੋ ਭਗਤ ਨਾਮਦੇਵ ਜੀ ਦੇ ਨਾਲ ਨਾਮ ਦੇ ਰਸ ਨੂੰ ਪ੍ਰਾਪਤ ਕਰਦੇ ਸਨ। ਇੱਕ ਦਿਨ ਭਗਤ ਲੋਚਨ ਜੀ ਭਗਤ ਨਾਮਦੇਵ ਜੀ ਦੇ ਘਰ ਨਾਮਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਜਦ ਭਗਤ ਲੋਚਨ ਜੀ ਨੇ ਘਰ ਵਿੱਚ ਪ੍ਰਵੇਸ਼ ਕੀਤਾ ਤਾਂ ਕੀ ਵੇਖਦੇ ਕਿ ਭਗਤ ਨਾਮਦੇਵ ਜੀ ਚੰਦੇ ਠਾਕ ਰਹੇ ਸਨ। ਭਗਤ ਨਾਮਦੇਵ ਜੀ ਨੂੰ ਕੰਮ ਕਰਦਿਆਂ ਵੇਖ ਕੇ ਭਗਤ ਲੋਚਨ ਜੀ ਨੇ ਸ਼ਲੋਕ ਪੜ੍ਹਿਆ, ਯਾਨੀ ਕਮੈਂਟ ਕੀਤਾ, ਇੱਕ ਵਿਅੰਗ ਕੀਤਾ। ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ, ਕਾਹੇ ਸ਼ਿਪੋ ਸ਼ਾਇਲ ਰਾਮ ਨ ਲਾਵੋ ਚੀਤ। ਇਹ 212ਵਾਂ ਸ਼ਲੋਕ ਹੈ ਕਬੀਰ ਜੀ ਦੇ ਸ਼ਲੋਕਾਂ ਦਾ। ਕਬੀਰ ਜੀ ਦੇ ਸ਼ਲੋਕਾਂ 'ਚ ਲਿਖਿਆ ਹੋਇਆ 212ਵੇਂ ਨੰਬਰ 'ਤੇ। ਇਹ ਸ਼ਲੋਕ ਸੁਣ ਕੇ ਅੱਗੋਂ ਨਾਮਦੇਵ ਜੀ ਨੇ ਜੋ ਉੱਤਰ ਦਿੱਤਾ ਉਹ 213ਵੇਂ ਸ਼ਲੋਕ 'ਚ ਕਬੀਰ ਜੀ ਨੇ ਲਿਖਿਆ। ਨਾਮਾ ਕਹਿਤ ਲੋਚਨ ਮੁਖ ਤੇ ਰਾਮ ਸੁਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਲੋਚਨ ਨੇ ਸਵਾਲ ਕੀਤਾ ਕਿ ਨਾਮਦੇਵ ਮਾਇਆ ਦਾ ਮੋਹਿਆ ਹੋਇਆ। ਤੇ ਲੋਚਨ ਮਿੱਤਰ ਕਹਿ ਰਿਹਾ ਹੈ ਕਿ ਨਾਮਦੇਵ ਤੂੰ ਮਾਇਆ ਦਾ ਮੋਹਿਆ ਹੋਇਆ, ਕਾਹਦੇ ਵਾਸਤੇ ਸ਼ਾਲਾਂ ਛਾਪ ਵੰਡ ਰਿਹਾ, ਰਾਮ ਦੇ ਨਾਲ ਚਿੱਤ ਕਿਉਂ ਨਹੀਂ ਲਾਉਂਦਾ। ਤਾਂ ਅੱਗੋਂ ਨਾਮਦੇਵ ਜੀ ਕਹਿਣ ਲੱਗੇ, ਹੇ ਤਰਲੋਚਨ ਜੀ, ਰਾਮ ਨੂੰ ਤਾਂ ਮੁਖ ਦੇ ਨਾਲ ਸੰਭਾਲਦਾ ਹਾਂ, ਹੱਥਾਂ ਦੇ ਪੈਰਾਂ ਨਾਲ ਮੈਂ ਕੰਮ ਕਰਦਾ। ਜਿਹੜਾ ਨਾਮ ਹੈ ਨਿਰੰਜਨ ਦਾ ਉਹ ਚਿੱਤ ਨਾਲ ਚੇਤੇ ਕਰਦਾ। ਜਿਵੇਂ ਮਹਾਰਾਜਾ ਜਨਕ ਨੂੰ ਸੁਖਦੇਵ ਨੇ ਤਰਕ ਕੀਤੀ ਕਿ ਕਹਿੰਦੇ ਨੇ ਭਗਤ ਹੈ, ਗੁਰੂ ਹੈ, ਇਹ ਤਾਂ ਰਾਣੀਆਂ ਦੇ ਮੋਹ 'ਚ ਮਸਤਿਆ ਪਿਆ ਹੈ। ਪਲੰਘੇ 'ਤੇ ਲੇਟ ਕੇ ਰਾਣੀਆਂ ਕੋਲੋਂ ਆਪਦੇ ਪੈਰ ਲੱਤਾਂ ਘੁਟਾ ਰਿਹਾ, ਮਾਲਿਸ਼ ਕਰਾ ਰਿਹਾ, ਕਿੰਨੇ ਸੋਹਣੇ ਸੋਹਣੇ ਦੇ ਮਹੱਲਾਂ 'ਚ ਰਹਿ ਰਿਹਾ। ਇਹ ਕਿੱਧਰ ਦਾ ਭਗਤ ਹੋਏਗਾ, ਕਿਵੇਂ ਨਾਮ ਜਪਦਾ ਹੋਊਗਾ। ਇਹ ਤਾਂ ਮੋਹ ਦੇ ਵਿੱਚ ਮਾਇਆ 'ਚ ਮਸਤਿਆ ਹੈ। ਤਾਂ ਮਹਾਰਾਜਾ ਜਨਕ ਨੇ ਅੰਤਰਜਾਮ ਦਾ ਨਾਲ ਆਖਿਆ ਸੀ, ਕਹਿਣ ਲੱਗਾ ਕਿ ਇਹ ਜਿਹੜੇ ਥੰਮੇ ਨੇ ਮੇਰੀ ਛਾਤੀ 'ਤੇ ਨਹੀਂ ਧਰਤੀ 'ਤੇ ਨੇ। ਸੋਨੇ ਦੇ ਮਹੱਲ ਇਹ ਮੇਰੇ ਹਿਰਦੇ 'ਚ ਨਹੀਂ ਹਨ, ਇਹ ਧਰਤੀ 'ਤੇ ਉਸਰੇ ਹੋਏ ਨੇ। ਤੇ ਤੂੰ ਆਪਦੇ ਆਪ ਨੂੰ ਵੱਡਾ ਬਰਕਤ ਸਾਧ ਮੰਨਦਾ ਸੀਗਾ, ਵੇਖ ਅੱਗ ਲੱਗੀ ਤੋਂ ਮੈਂ ਕੋਈ ਚਿੰਤਾ ਨਹੀਂ ਕੀਤੀ, ਪਰ ਤੂੰ ਆਪਦੇ ਪਊਏ ਤੇ ਫੌੜੀ ਲੈਣ ਵਾਸਤੇ ਇੱਥੋਂ ਦੌੜ ਕੇ ਡਿਓੜੀ ਤੱਕ ਚਲਾ ਗਿਆ। ਤੂੰ ਦੱਸ ਵੀ ਗ੍ਰਸਤੀ ਮੈਂ ਕਿ ਹੁਣ ਤੂੰ ਹੈ। ਇੰਝ ਮਹਾਰਾਜੇ ਜਨਕ ਨੇ ਉਪਦੇਸ਼ ਦਿੱਤਾ ਸੀਗਾ। ਭਗਤ ਨਾਮਦੇਵ ਜੀ ਕਹਿਣ ਲੱਗੇ, ਹੇ ਮੇਰੇ ਮਿੱਤਰ ਤਰਲੋਚਨਾ, ਜਿਹੜਾ ਨਾਮ ਹੈ ਉਹ ਤਾਂ ਮੂੰਹ ਦੇ ਨਾਲ ਜਪੀਦਾ ਹੈ, ਮੂੰਹ ਨਾਲ ਮੈਂ ਸੰਭਾਲ ਰਿਹਾ, ਮੂੰਹ ਨਾਲ ਯਾਦ ਕਰਨਾ ਚਾਹੀਦਾ, ਭਾਵੇਂ ਹੱਥਾਂ ਦੇ ਪੈਰਾਂ ਨਾਲ ਕੰਮ ਕਰਦਾ ਰਹੇ। ਸੋ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਅਸੂਲ ਨੇ।
उस वेले भगत लोचन जी कहन लगे मैं नहीं मनदा कि इक्को वक्त दो काम हो सकते हैं। जिमें कई जोड़े प्रबंधक वीर हैं वो गुरुद्वारियां विच नितनेम करन नूं मना करते हैं। SGPC श्रोमणी कमेटी वाले खास करके ਜਾਂ ਜਿਹੜੇ ਮਿਸ਼ਨਰੀ ਕਾਲਜ ਤੋਂ ਬੜੇ ਹੋਏ ਕਥਾਵਾਚਕ ਗਿਆਨੀ ਸਿੰਘ ਨੇ ਉਹ ਇਸ ਗੱਲ ਦੀ ਬਹੁਤ ਜ਼ਿਆਦਾ ਵਿਰੋਧਤਾ ਕਰਦੇ ਨੇ ਕਿ ਇੱਕ ਟਾਈਮ ਦੇ ਦੋ ਕੰਮ ਨਹੀਂ ਹੋਣੇ ਚਾਹੀਦੇ। ਸ੍ਰੀ ਅਖੰਡ ਪਾਠ ਸਾਹਿਬ ਜਾਂ ਸ੍ਰੀ ਸਹਿਜ ਪਾਠ ਸੰਗਤ ਵਿੱਚ ਕਰਨ ਤੋਂ ਵੀ ਮਨਾ ਕਰਦੇ ਨੇ ਕਿ ਅਖੰਡ ਪਾਠ ਚੱਲਦਿਆਂ ਕਥਾ ਨਹੀਂ ਹੋਣੀ ਚਾਹੀਦੀ, ਕੀਰਤਨ ਨਹੀਂ ਹੋਣਾ ਚਾਹੀਦਾ, ਪਾਠੀ ਦਾ ਧਿਆਨ ਕਥਾ ਕੀਰਤਨ ਵਿੱਚ ਜਾਂਦਾ ਹੈ। ਤੇ ਆ ਹੁਣੇ ਮੇਰੇ ਸਾਹਮਣੇ ਮਾਈਆਂ ਗੱਲਾਂ ਮਾਰ ਕੇ ਗਈਆਂ ਨੇ, ਇੱਕ ਵੀ ਗੱਲ ਮੇਰੀ ਪੁੱਛ ਕੇ ਦਿਖਾਓ ਵੀ ਬਾਬੇ ਨੇ ਕੀ ਬੋਲਿਆ। ਕੀ ਫਾਇਦਾ ਬੰਦੇ ਦਾ ਜੇ ਆਪਦੀਆਂ ਗੱਲਾਂ ਹੀ ਮਾਰ ਕੇ ਤੁਰ ਜਾਣਾ। ਉਹ ਜਿਹਨੇ ਕਥਾ ਸੁਣਨੀ ਉਹਨੇ ਕਥਾ ਹੀ ਸੁਣਨੀ, ਜਿਹਨੇ ਕੀਰਤਨ ਸੁਣਨਾ ਕੀਰਤਨ ਹੀ ਸੁਣਨਾ। ਉਹ ਜਿਹੜੀਆਂ ਮਾਈਆਂ ਆਈਆਂ ਹੀ ਵਿਜ਼ਿਟ ਕਰਨੇ ਤੇ ਚਲੋ ਮੱਥਾ ਟੇਕ ਕੇ ਬਾਬੇ ਦਾ ਲਾਮਾ ਲਾ ਆਈਏ, ਉਹਨੇ ਮੱਥਾ ਹੀ ਟੇਕਣਾ, ਨਾ ਉਹਨੇ ਕਥਾ ਕੀਰਤਨ ਸੁਣਨਾ ਨਾ ਉਹਨੇ ਅਖੰਡ ਪਾਠ ਸੁਣਨਾ। ਜਿਹਦੀ ਬਿਰਤੀ ਜੁੜੀ ਹੈ ਉਹਨੇ ਆਪ ਦਾ ਕੰਮ ਕਰੀ ਜਾਣਾ ਹੈ। ਤੇ ਇਸ ਵਾਸਤੇ ਕੋਈ ਜ਼ਰੂਰੀ ਨਹੀਂ ਹੈ ਵੀ ਗੁਰਦੁਆਰੇ 'ਚ ਸਿਰਫ ਕਥਾ ਹੀ ਹੋਵੇ ਤੇ ਸਾਰੇ ਕਥਾ ਹੀ ਸੁਣਨ। ਸਾਰੇ ਥੋੜ੍ਹਾ ਸੁਣਦੇ ਨੇ। ਅਗਲਾ ਆਪਦਾ ਨਿਤਨੇਮ ਕਰਨ ਆਇਆ, ਉਹਦਾ ਕੰਮ ਹੀ ਨਿਤਨੇਮ ਕਰਨਾ। ਉਹਨਾਂ ਕੋਲ ਉਹਦੇ ਕੋਲ ਟਾਈਮ ਹੈ, ਉਹ ਕਥਾ ਸੁਣੂਗੇ ਫਿਰ ਨਿਤਨੇਮ ਕਿਵੇਂ ਜਾ ਕੇ ਕਰੂਗਾ। ਤੋ ਜੇ ਅਗਲੇ ਕੋਲ ਟਾਈਮ ਥੋੜ੍ਹਾ ਤੇ ਉਹ ਨਿਤਨੇਮ ਕਰ ਸਕਦਾ ਹੈ। ਕਥਾ ਦੀ ਆਵਾਜ਼ ਵੀ ਸੋ ਜੇ ਉਹਦੀ ਰੁਚੀ ਹੋਊ ਤੇ ਧਿਆਨ ਦੇ ਨਾਲ ਸੁਣੀ ਜਾ ਸਕਦੀ ਹੈ। ਇਹ ਇੱਕੋ ਟਾਈਮ ਦੇ ਇੱਕ ਕੰਮ ਕੋਈ ਜ਼ਰੂਰੀ ਨਹੀਂ ਹੈ। ਬਹੁਤੇ ਕੰਮ ਆਪਾਂ ਕਰ ਸਕਦੇ ਹਾਂ, ਆਪਦੀ ਬਿਰਤੀ ਹੈ। ਸੱਚਖੰਡ ਹਰਿਮੰਦਰ ਸਾਹਿਬ ਰਾਤ ਨੂੰ 12 ਵਜੇ ਬਾਰੀ ਖੁੱਲ੍ਹਦੀ। ਮੈਨੂੰ ਯਾਦ ਹੈ ਵੀ ਜਿਸ ਤਰ੍ਹਾਂ ਖਾੜਕੂ ਅਸਲਾ ਲੈ ਕੇ ਘੁੰਮਦੇ ਹੁੰਦੇ ਸੀ, ਇੰਝ ਅਸੀਂ ਹੇਠਾਂ ਦੀ ਲਗਾ ਕੇ ਤੇ ਗੁਟਕੇ ਸਾਹਿਬਾਂ ਨੂੰ ਅੰਦਰ ਲੈ ਜਾਣਾ। ਉਹ ਮੈਨੇਜਰ ਨੇ ਇੰਨੀ ਸਖਤੀ ਕਰ ਦਿੱਤੀ ਵੀ ਕਿਸੇ ਸਿੰਘ ਨੇ ਇੱਥੇ ਗੁਟਕਾ ਨਹੀਂ ਪੜਨਾ। ਬੰਦਾ ਪੁੱਛੇ ਕੀ ਕਰੇ। ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜੇ ਬੰਦਾ ਨਿਤਨੇਮ ਨਹੀਂ ਕਰੂਗਾ ਤੇ ਹੋਰ ਕੀ ਕਰੇ। ਕਹਿੰਦੇ ਆਸਾ ਦੀ ਵਾਰ ਸੁਣੋ ਜੀ, ਅਖੇ ਜੀ ਕੀਰਤਨ ਸੁਣੋ। ਮੈਨੂੰ ਤਾਂ ਉਹੀ ਨੀਂਦ ਆ ਜਾਂਦੀ ਹੈ, ਨਾ ਸੁੱਤੀ ਨਾ ਕੱਤਿਆ, ਕੱਖ ਵੀ ਨਹੀਂ ਹੋਇਆ। ਕੀਰਤਨ ਕੀ ਸੁਣਨਾ, ਨਿਤਨੇਮ ਵੀ ਛੱਡਿਆ, ਕੀਰਤਨ ਵੀ ਨਹੀਂ ਸੁਣਿਆ ਗਿਆ। ਜੇ ਤੁਸੀਂ ਮਾਲਾ ਫੜ ਲਓਗੇ ਜਾਂ ਗੁਟਕਾ ਫੜ ਲਓਗੇ ਉਹ ਬਹਾਨੇ ਜੇ ਨਾਲ ਬੰਦਾ ਜਾਗਦਾ ਤਾਂ ਰਹੂਗਾ। ਕੀਰਤਨ ਵੀ ਸੁਣਿਆ ਜਾਂਦਾ, ਨਿਤਨੇਮ ਵੀ ਹੋ ਜਾਂਦਾ। ਮੈਂ ਤਾਂ ਕਥਾ ਦਾ ਪਾਠ ਕਰਾਉਂਦੀਆਂ ਵੀ, ਨਾਲੇ ਪਾਠ ਵੀ ਕਰਾਈ ਜਾਣਾ, ਨਿਤਨੇਮ ਵੀ ਕਰੀ ਜਾਣਾ। ਕਿਉਂਕਿ ਇੱਕ ਪੰਕਤੀ ਦੀ ਵਿਆਖਿਆ ਤੇ 5-7 ਮਿੰਟ ਕਈ ਵਾਰ ਲੱਗ ਹੀ ਜਾਂਦੇ ਨੇ, ਉਹਨੂੰ ਜਪਜੀ ਸਾਹਿਬ ਦਾ ਪਾਠ ਪੂਰਾ ਹੋ ਜਾਂਦਾ। ਤੇ ਇਸ ਵਾਸਤੇ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਇੱਕ ਟਾਈਮ ਦੇ ਇੱਕੋ ਕੰਮ ਕਰੋ। ਕਹਿੰਦੇ ਸ਼ਲੋਕ ਮਹੱਲਾ 5ਵਾਂ, ਤੁਸੀਂ ਗੁਰਦੁਆਰੇ ਆਏ ਹੋ, ਤੁਹਾਡਾ ਸਾਰਾ ਸਰੀਰ ਸਫਲ ਹੈ। ਆਹ ਲੋਕ ਜਿੰਮ ਕਿਉਂ ਜਾਂਦੇ ਨੇ, ਭੱਜਦੇ ਕਿਉਂ ਨੇ? ਭੱਜਣ ਵਾਲੇ ਬੰਦੇ ਦੀ ਸਰੀਰ ਦੀ ਸਾਰੇ ਦੀ ਐਕਟੀਵਿਟੀ ਹੋਣ ਕਰਕੇ ਕਸਰਤ ਹੁੰਦੀ ਹੈ। ਕਿਉਂ ਗੁਰਦੁਆਰੇ ਆ ਕੇ ਸਾਰਾ ਹੀ ਸਰੀਰ ਸਫਲ ਬਣਾਉਣਾ। ਅੰਤਰ ਗੁਰ ਆਰਾਧਨਾ, ਹਿਰਦੇ ਵਿੱਚ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਜੱਪਾ ਜਾਪ ਨਾ ਵੀਸਰ ਆ ਜੁਗਾਦ ਸਮਾਏ। ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਨਾ। ਜਿਹਵਾ ਜਪ ਗੁਰ ਨਾਮ, ਜ਼ਬਾਨ ਦੇ ਨਾਲ ਵੀ ਜਿੰਨਾ ਕੁ ਆਪ ਨੂੰ ਸੁਣੇ ਉਹਨਾਂ ਕੁ ਬੋਲਣਾ। ਜੇ ਜ਼ਬਾਨ ਆਪਾਂ ਬੋਲਾਂਗੇ ਨਹੀਂ ਬਾਣੀ ਵਿੱਚ ਤਾਂ ਫਿਰ ਬਾਣੀ ਵਿੱਚ ਚੱਲਣੋਂ ਹਟ ਜਾਊਗੀ। ਨੇਤਰੀ ਸਤਿਗੁਰ ਵੇਖਣ, ਅੱਖਾਂ ਵੀ ਬੰਦ ਨਹੀਂ ਹੋਣੀਆਂ ਚਾਹੀਦੀਆਂ। ਅੱਖਾਂ ਨਾਲ ਗੁਟਕਾ ਦੇਖੋ। ਸਤਿਗੁਰੂ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਪੋਥੀ ਸਾਹਿਬ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਖੋ। ਨੇਤਰੀ ਸਤਿਗੁਰ ਵੇਖਣਾ, ਸ਼ਰਮਣੀ ਸੁਣਨਾ ਗੁਰ ਨਾਮ। ਜੋ ਕਥਾ ਕੀਰਤਨ ਹੋ ਰਿਹਾ ਉਹ ਕੰਨਾਂ ਦੇ ਨਾਲ ਸੁਣੋ, ਜਾਂ ਜੋ ਕੁਛ ਤੁਸੀਂ ਬੋਲ ਰਹੇ ਹੋ ਉਹ ਆਪਦਾ ਕੰਨਾਂ ਨਾਲ ਸੁਣੋ। ਜੇ ਆਪਾਂ ਇਕੱਲੇ ਬਹਿ ਕੇ ਇੱਕ ਕੰਮ ਕਰ ਰਹੇ ਹਾਂ ਤੇ ਚੁੱਪ ਕੀਤੇ ਬਾਣੀ ਦਾ ਪਾਠ ਕਰ ਰਹੇ ਹਾਂ, ਕੰਨਾਂ ਨੂੰ ਤਾਂ ਸੁਣਾ ਨਹੀਂ ਰਹੇ, ਕੰਨ ਕਿਵੇਂ ਸਫਲ ਹੋਣਗੇ? ਜਾਂ ਤਾਂ ਬੰਦਾ ਆਪ ਉੱਚੀ ਬੋਲੇ ਤੇ ਆਪ ਦਾ ਪਾਠ ਆਪਦੇ ਕੰਨਾਂ ਨੂੰ ਸੁਣਾਏ। ਬੈਠੇ ਤਾਂ ਚੁੱਪ ਕੀਤੇ ਹੋਏ ਆ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਸ਼ਰਮਣੀ ਸੁਣਨਾ ਗੁਰ ਨਾਮ, ਨੇਤਰੀ ਸਤਿਗੁਰ ਵੇਖਣ।
ते सरमणी सुनना गुर नाम, सतगुर से तीरथियाँ दरगह पाइए ठाव। कहो नानक कृपा करे जिस रूई वत दे, जग में तुम काढ़िए बिरले के महला पंजवा। सो जेदा भी किसी का मन जिहदे च जुड़िया है, मैं तो कोई गल्लां भी मारदा होवे उन्हें यही कहीदा पिछे चला जा भाई। कोई न्याणे बच्चे शरारतां कर रहे ने, ये थोड़ो कहना भी गुरु घर नहीं आना, पिछे बह के जो मर्जी बोली जाओ। पर साडे कन्नां च आवाज़ ना बहे, क्योंकि साडा काम कुछ होर है। जिहड़ा नितनेम करदा आपदा करी जाए। सुखमनी साहिब पढ़िया, 5 बाणियां, को माड़ा थोड़ो। जिन्हें कथा सुननी कथा सुनी जाए, जिन्हें नहीं कुछ सुनना इधर उधर तुर फिर के आपदा शरीर गुरु घर दा सफल ही है। सब कुछ सेवा करदियां भी चढ़दी कला है। तो इस वास्ते गल तो आपदे मन दी है, जिथे मर्जी टका लो। परमेश्वर का नाम मूँह दे नाल संभालना, याद करना चाहिए। भावें हत्थां ते पैरां नाल काम करदा रहे। उस वेले भगत लोचन जी कहन लगे भी मैं नहीं मनदा, इक्को वक्त 2 काम नहीं हो सकते, या भजन हो सकता या काम हो सकता। असल च आप अपनी अवस्था है, तो पहली अवस्था विच इसे तरह ही हुंदा है। काम करन लग पईए, नाम भुल जाता है। अभ्यास दे नाल ही किरपा हुंदी है। ये सुन के भगत नामदेव जी दृष्टांत दे के भगत लोचन जी नूं समझाउंदे ने कि परमेश्वर का भजन इंज हो सकता है। रहाओ वाली पंक्ति तो अर्थ चुकांगे, व्यवस्था सही चलेगी। पहला रहाओ वाली पंक्ति सरवण करो, एक बार उचारो जी, सतनाम श्री वाहिगुरु जी। मन राम नामा बेदिया ले। खेत लोचन जी मेरा मन इयों चित परमेश्वर दे नाम च बन्निया गया है। जैसे कनक कला चित मांडियाले। जिवें सुनियारा सोने दे रवाले किणके उत्ते अपना चित मांडियाले जोड़ के अस्थित करके रखदा है। अखां नूं उन्हें टोपी जी ऐनक भी लाई हुंदी, लैंस भी लाया हुंदा। एक अख नाल वेख के आपदा सूई कसीदा भी कढ़ी जांदा, कढ़ाई कढ़ाई करी जांदा, ते दूजी अख नाल गाहकां वल वेख के गल्लां बातां भी करी जांदा है। विश्राम दे कर फरमान करदे ने। ये रहाओ वाली पंक्ति है, सिद्धांत वाली। हुण आरंभ तो अर्थ सरमण करो। नीले कागद। लोचन जी जिवें बच्चा दुकान तो कागज लिया के काटी ले गुड्डी। ओदी घर विच गुड्डी पतंग कट लैंदा है। फिर मोरियां कट के तनावां पाई दियां सन। फिर डोर नाल उन्होंने चढ़ाईदा सीगा। आकाश मध्य भरमी आले। फिर उस गुड्डी च डोर पा के आकाश विच भरमाउंदा उड़ाउंदा है। 5 जना स्यों बात बतुआ। अपने 5-7 साथी जना दे नाल गल्लां बातां करदा रहिंदा, गल्लां भी बताउंदा करदा रहिंदा है। जीत सोडोरी राखी आले। पर अपना चित उस गुड्डी दी पतंग दी डोर विच रखदा, भाव डोरी नूं तुनकदा रहिंदा, किते गुड्डी थल्ले ना डिग पए। ये सी दृष्टांत। हुण सुणोंदा दृष्टांत। नीले कागद। इसे प्रकार जगियासू जन ने 5 तत्तां रूप कागज लिया के दे रूप जड़ी गुड्डी है। काटी ले गुड्डी। दे रूप गुड्डी कटना कीती, पा माता दे गर्भ विचों इसदा जन्म होया है। आकाश मध्य भरमी आले। पर फिर दे रूप गुड्डी विच ब्रह्माकार बिरती रूप डोर पा के चिदाकाश रूप ब्रह्म च भरमाउंदा है। 5 जना स्यों बात बतुआ। 5 गुरुद्वारे के 5 नंबरदार सरपंच किहड़े ने? 5 प्यारे। इन्हां संत जनां नाल मिल के श्रवण दीयां गल्लां मनण दीयां बातां बताउंदा करदा रहिंदा।
ਅਤੇ ਚੀਤ ਸੋਡੋਰੀ ਰਾਖੀ ਵਾਲੇ ਚਿੱਤ ਨੂੰ ਉਸ ਬ੍ਰਹਮਾਕਾਰ ਬਿਰਤੀ ਰੂਪ ਡੋਰੀ ਵਿੱਚ ਹੀ ਲਾਈ ਰੱਖਦਾ ਹੈ। ਪਾ ਬ੍ਰਹਮਾਕਾਰ ਰੂਪ ਡੋਰੀ ਵਿੱਚ ਹੀ ਖਿਆਲ ਰੱਖਦਾ ਕਿ ਕਿਤੇ ਦੇਹ ਰੂਪ ਗੁੱਡੀ ਉਥਾਨ ਹੋ ਕੇ ਸੰਸਾਰ ਦੇ ਪਦਾਰਥਾਂ ਦੇ ਵਿੱਚ ਨਾ ਡਿੱਗ ਪਏ। ਹਰ ਇੱਕ ਸਮੇਂ ਅੱਠੇ ਪੈਰ ਇੱਕ ਤੇ ਲਿਵੈ ਮੰਨੇ ਨ ਹੁਕਮ ਅਪਾਰ। ਅਪਾਰ ਵਾਹਿਗੁਰੂ ਦਾ ਹੁਕਮ ਮੰਨ ਕੇ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਮੈਨੂੰ ਯਾਦ ਹੈ ਇੱਕ ਇੰਗਲੈਂਡ ਦੇ ਗੁਰਮੁਖ ਗਿਆਨੀ ਬਲਦੀਪ ਸਿੰਘ ਜੀ ਮੇਰੇ ਕਮਰੇ 'ਚ ਆਏ ਸੀਗੇ ਅਤੇ ਅੰਗਰੇਜ਼ੀ ਆਉਂਦੀ ਸੀ, ਪੰਜਾਬੀ ਪੜ੍ਹਦੇ ਹੁੰਦੇ ਸੀ। ਅੰਮ੍ਰਿਤ ਵੇਲੇ 4 ਵਜੇ ਉੱਠ ਕੇ ਉਹਨਾਂ ਚੌਂਕੜਾ ਮਾਰਨਾ ਅਤੇ ਮੈਨੂੰ ਕਹਿੰਦੇ ਵੀ ਤੈਨੂੰ ਕੁਝ ਸੁਣਦਾ ਹੈ? ਮੈਂ ਕਿਹਾ ਜੀ ਨਹੀਂ। ਕਹਿੰਦੇ ਹੈ ਏਡਾ ਵੱਡਾ ਤੂੰ ਗਿਆਨੀ ਧਿਆਨੀ ਹੈ। ਅਤੇ ਮੈਂ ਕਿਹਾ ਵੀ ਤੇਰੇ 'ਤੇ ਕਿੰਨੀ ਕੁ ਕਿਰਪਾ? ਕਹਿੰਦਾ ਮੈਨੂੰ ਕਰਨ ਦੀ ਕੁਛ ਲੋੜ ਨਹੀਂ। ਅਜੇ ਉਹਨੂੰ ਊੜਾ ਨਹੀਂ ਸੀ ਆਉਂਦਾ। 5 ਬਾਣੀਆਂ। ਮੈਂ ਕਿਹਾ ਇਹ ਜ਼ਬਾਨੀ ਕਿਵੇਂ ਯਾਦ ਕੀਤੀਆਂ? ਕਹਿੰਦਾ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਦੀ ਮੈਂ ਕੈਸਟ ਸੁਣਦਾ ਰਿਹਾ। 5 ਬਾਣੀਆਂ ਜ਼ਬਾਨੀ ਯਾਦ, ਜ਼ਬਾਨੀ ਪੜ੍ਹਨੀਆਂ ਹੁਣ। ਫਿਰ ਕਹਿੰਦਾ ਵਾਹਿਗੁਰੂ ਕਹਿਣ ਦੀ ਲੋੜ ਨਹੀਂ, ਬਾਣੀ ਪੜ੍ਹਦਿਆਂ ਵੀ ਅੰਦਰੋਂ ਸੁਣਦਾ ਰਹਿੰਦਾ। ਅਤੇ ਮੈਂ ਤਾਂ ਹੈਰਾਨ ਹਾਂ ਤੁਹਾਡੇ ਲੋਕਾਂ ਦੇ, ਇਹਨਾਂ ਤੁਸੀਂ ਗਿਆਨ ਧਿਆਨ ਕਥਾਵਾਂ ਕਰਦੇ ਪੜ੍ਹਦੇ ਹੋ ਅਤੇ ਤੁਹਾਡੀ ਅਵਸਥਾ ਹੀ ਨਹੀਂ ਬਣੀ। ਮੈਂ ਕਿਹਾ ਅਸੀਂ ਲੜਦੇ ਝਗੜਦੇ ਰਹਿੰਦੇ ਈਰਖਾਲੂ ਲੋਕ ਹਾਂ। ਇੱਕ ਦੂਜੇ ਦੀ ਤਰੱਕੀ ਦੇ ਵਿੱਚ ਵਿਘਨ ਪਾਉਣਾ ਇਹ ਔਗਣ ਹੋਣ ਕਰਕੇ। ਸੋ ਮਹਾਰਾਜ ਕਿਰਪਾ ਨਹੀਂ ਕਰਦਾ ਵੀ ਤੂੰ ਧੰਨ ਹੈ। ਮੈਂ ਨਮਸਕਾਰ ਕੀਤੀ। ਇੱਕ ਇੰਗਲਿਸ਼ਮੈਨ ਮੁੰਡਾ ਇੰਗਲੈਂਡ ਦਾ। ਸੋ ਗੁਰੂ ਸਾਹਿਬ ਦੀ ਜਿਹਦੇ 'ਤੇ ਕਿਰਪਾ ਹੋਣੀ ਉਹਦੇ 'ਤੇ ਹੀ ਹੋਣੀ ਹੈ। ਤੋ ਇਸ ਵਾਸਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ। ਮਨ ਰਾਮ ਨਾਮ ਬੇਦੀਆਂ ਲੈ। ਇਹ ਭਾਈ ਇਉਂ ਮੇਰਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਬੰਨਿਆ ਗਿਆ ਹੈ। ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ। ਜਿਵੇਂ ਸੁਨਿਆਰਾ ਸੋਨੇ ਦੇ ਰਵਾਲੇ ਕਿਣਕੇ ਤੇ ਆਪਣਾ ਚਿੱਤ ਜੋੜ ਕੇ ਅਸਥਿਤ ਕਰਕੇ ਰੱਖਦਾ। ਜਿਵੇਂ ਚੋਰੀ ਕਰਨ ਵਾਲੇ ਸੁਨਿਆਰ ਦਾ ਚਿੱਤ ਆਪਣੀ ਕਲਾਬਾਜੀ ਦੁਆਰਾ ਸੋਨਾ ਚੁਰਾਉਣ 'ਚ ਰਚਿਆ ਹੁੰਦਾ। ਭਾਵੇਂ ਖਿਆਲ ਰੱਖਦਾ ਕਿ ਮੈਂ ਪਤਲੇ ਹੋਏ ਸੋਨੇ ਨੂੰ ਨਾਲੀ ਰਾਹੀਂ ਖਿੱਚ ਲਵਾਂਗਾ ਜਾਂ ਕਿਸੇ ਹੋਰ ਤਰੀਕੇ ਨਾਲ ਚੁਰਾ ਲਵਾਂਗਾ। ਇੰਝ ਸੋਨੇ ਦੀ ਤਰ੍ਹਾਂ ਪਰਮੇਸ਼ਰ ਦੇ ਵਿੱਚ ਕਲਾ ਜੁਗਤੀ ਦੁਆਰਾ ਚਿੱਤ ਮੈਂ ਰਚਾਇਆ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨੀਲੇ ਕੁੰਭ ਜਿਵੇਂ ਘੜੇ ਨੂੰ ਖੂਹ ਦੇ ਕੰਢੇ ਤੇ ਲਿਆ ਕੇ ਭਰਾਈ ਲੈ ਉਦਕਾ। ਪਾਣੀ ਨਾਲ ਭਰ ਕੇ ਆਪਣੇ ਸਿਰ ਤੇ ਰੱਖ ਕੇ ਰਾਜ ਕੁਆਰ ਪੁਰੰਦਰੀਏ। ਰਾਜੇ ਦੀ ਦਾਸੀ ਪੁਰੀ ਮੰਦਰ ਮਹਿਲ ਦੇ ਅੰਦਰ ਨੂੰ ਤੁਰੀ ਆਉਂਦੀ ਹੈ। ਹਸਤ ਬਨੋਦ ਵਿਚਾਰ ਕਰਤੀ ਹੈ। ਆਪਣੀਆਂ ਸਖੀਆਂ ਨਾਲ ਹੱਸਦੀ ਵਸਦੀ, ਹੱਥਾਂ ਨਾਲ ਆਪਣੇ ਗਹਿਣੇ ਸਮਾਰਦੀ ਆਦਿਕ ਅਨੇਕਾਂ ਕੌਤਕ ਕਰਦੀ ਜਾਂ ਅਨੇਕਾਂ ਕੌਤਕਾਂ ਵਾਲੀਆਂ ਗੱਲਾਂ ਦਾ ਵਿਚਾਰ ਕਰਦੀ ਤੁਰੀ ਆਉਂਦੀ ਹੈ। ਪਰ ਆਪਣਾ ਜੋ ਚਿੱਤ ਹੈ ਚੀਤ ਸੁਗਾਗਰ ਰਾਖੀਆਂ ਲੈ। ਉਸ ਗਾਗਰ ਘੜੇ 'ਚ ਰੱਖਦੀ ਹੈ। ਭਾਵੇਂ ਖਿਆਲ ਰੱਖਦੀ ਕਿਤੇ ਗਰਦਨ ਡੋਲ ਨਾ ਜਾਏ ਤੇ ਘੜਾ ਡਿੱਗ ਨਾ ਪਏ। ਇਉਂ ਅਸੀਂ ਪਰਮੇਸ਼ਰ ਨਾਲ ਚਿੱਤ ਜੋੜ ਕੇ ਰੱਖਦੇ ਹਾਂ। ਕਈ ਤਾਂ ਨੌਜਵਾਨ ਭੈਣਾਂ ਸਿਰ 'ਤੇ ਘੜਾ ਰੱਖ ਕੇ ਤੇ ਉਹ ਸ਼ੋਅ ਕਰਦੀਆਂ ਨੇ ਤੇ ਭਾਵ ਸੋ ਸਰੀਰ ਦੇ ਨਾਲ ਐਕਟੀਵਿਟੀਆਂ ਕਰਕੇ ਦਿਖਾਉਂਦੀਆਂ, ਪਰ ਘੜਾ ਮਜਾਲ ਹੈ ਕਿਤੇ ਡੋਲ ਜਾਏ ਜਾਂ ਡਿੱਗ ਪਵੇ। ਇਸੇ ਤਰ੍ਹਾਂ ਨੀਲੇ ਕੁੰਭ ਬ੍ਰਹਮਾਕਾਰ ਬਿਰਤੀ ਰੂਪ ਘੜੇ ਦੇ ਤਾਈ ਸਤ ਸੰਗਤ ਰੂਪ ਖੂਹ ਦੇ ਕਿਨਾਰੇ ਤੇ ਲਿਆ ਕੇ ਭਰਾਈ ਲੈ ਉਦਕਾ। ਉਥੋਂ ਪ੍ਰੇਮ ਰੂਪ ਪਾਣੀ ਨਾਲ ਭਰਿਆ ਹੈ। ਰਾਜ ਕੁਆਰ ਪੁਰੰਦਰੀਏ। ਅਤੇ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬੁੱਧ ਰੂਪ ਦਾਸੀ ਅੰਤਰਮੁਖ ਬਿਰਤੀ ਵੱਲ ਨੂੰ ਆ ਰਹੀ ਹੈ ਅਤੇ ਹਸਤ ਬਨੋਦ ਵਿਚਾਰ ਕਰਤੀ ਹੈ। ਬੁੱਧ ਰੂਪ ਦਾਸੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੋਈ ਹੱਸਦੀ ਖੇਡਦੀ ਉਹਦੇ ਸਰਗੁਣ ਸਰੂਪ ਦੇ ਕੌਤਕਾਂ ਨੂੰ ਕਥਨ ਕਰਦੀ ਹੈ।
ਜੀਤ ਸੁਗਾਗਰ ਰਾਖੀਆਂ ਤੇ ਲੈ ਨਿਰਗੁਣ ਸਰੂਪ ਦੀ ਵਿਚਾਰ ਕਰਦੀ ਤੇ ਆਪਣੇ ਚਿੱਤ ਉਸ ਬ੍ਰਹਮਾਕਾਰ ਰੂਪ ਘੜੇ 'ਚ ਸਥਿਤ ਰੱਖਦੀ ਹੈ। ਮੰਦਰ ਏਕ ਦਵਾਰ ਦਸ ਜਾ ਕੇ। ਇੱਕ ਹੋਰ ਉਦਾਹਰਨ ਸੁਣੋ, ਜਿਵੇਂ ਇੱਕ ਸ਼ਹਿਰ ਜਾਂ ਮਕਾਨ ਹੋਵੇ ਜਿਸ ਦੇ 10 ਦਰਵਾਜ਼ੇ ਹੋਣ, ਭਾਵ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਵੱਲ ਜਾਂਦਾ ਹੋਵੇ। ਗਊ ਚਰਾਵਨ ਛਾਡੀਆਂ ਲੈ ਉਸ ਸ਼ਹਿਰ ਮਕਾਨ ਵਿੱਚੋਂ ਗਵਾਲਾ ਚਰਾਵਾ ਗਊਆਂ ਨੂੰ ਘਾਹ ਚਾਰਨ ਲਈ ਛੱਡਦਾ ਹੈ। ਪਾਂਚ ਕੋਸ ਪਰ ਗਊ ਚਰਾਵਤ। 5 ਕੋਹ ਦੀ ਦੂਰੀ ਤੇ ਗਵਾਲਾ ਗਊਆਂ ਨੂੰ ਘਾਹ ਚਰਾਉਂਦਾ ਹੈ। ਕੀਤਾ ਸੋ ਬਛਰਾ ਰਾਖੀਆਂ ਲੈ। ਪਰ ਉਹ ਗਾਵਾਂ ਘਾਹ ਚਰਦੀਆਂ ਵੀ ਆਪਣਾ ਚਿੱਤ ਉਹਨਾਂ ਬੱਚਿਆਂ 'ਚ ਰੱਖਦੀਆਂ ਜਿਹੜੇ ਪਿੱਛੇ ਛੱਡ ਕੇ ਆਈਆਂ ਹੁੰਦੀਆਂ ਨੇ। ਇਸੇ ਪ੍ਰਕਾਰ ਮੰਦਰ ਏਕ ਦਵਾਰ ਦਸ ਜਾ ਕੇ। ਮੰਦਰ ਕਿਹੜਾ ਹੈ? ਇਹ ਸਰੀਰ। ਹਰ ਮੰਦਰ ਇਹੋ ਸਰੀਰ ਹੈ। ਤੇ ਦਰਵਾਜ਼ੇ ਕਿਹੜੇ ਨੇ? 9 ਗੋਲਕਾਂ ਤੇ 10ਵਾਂ ਦਰਵਾਜ਼ਾ ਗੁਪਤ। ਇਹ 10 ਦਰਵਾਜ਼ੇ ਨੇ। ਗਊ ਚਰਾਵਨ ਛਾਡੀਆਂ ਲੈ। ਗਵਾਲਾ ਕਿਹੜਾ? ਜਗਿਆਸੂ। ਗਾਵਾਂ ਕਿਹੜੀਆਂ ਨੇ? ਬ੍ਰਹਮਾਕਾਰ ਬਿਰਤੀ ਰੂਪ ਗਾਂ ਆਸਾ ਰੂਪ ਨਦੀ ਤੋਂ ਪਾਰ ਘਾਹ ਚਰਾਉਣ ਵਾਸਤੇ ਛੱਡੀ ਹੈ। 5 ਕੋਸ ਪਰ ਗਊ ਚਰਾਵਤ। 5 ਕੋਸ਼ਾਂ ਨੂੰ ਪਹਾੜਾਂ ਤੋਂ ਪਰੇ ਬ੍ਰਹਮਾਕਾਰ ਬਿਰਤੀ ਰੂਪ ਗਾਂ ਨੂੰ ਘਾਹ ਚਰਾਉਣਾ ਕੀਤਾ। ਜੀਤ ਸੋ ਬਛਰਾ ਰਾਖੀਆਂ ਲੈ। ਪਰ ਬ੍ਰਹਮਾਕਾਰ ਬਿਰਤੀ ਰੂਪ ਗਾਂ ਆਪਣਾ ਚਿੱਤ ਉਸ ਚੇਤਨ ਸਰੂਪ ਰੂਪੀ ਵਛੇ ਦੀ ਪ੍ਰਾਪਤੀ ਵਿੱਚ ਹੀ ਰੱਖਦੀ ਹੈ। ਕਹਿਤ ਨਾਮ ਦਿਓ ਸੁਨੋ ਤਲੋਚਨ। ਨਾਮਦੇਵ ਜੀ ਕਹਿੰਦੇ ਨੇ ਕਿ ਹੇ ਤਲੋਚਨ ਜੀ ਸੁਣਨਾ ਕਰ। ਬਾਲਕੋ ਪਾਲਣ ਪੌੜੀਆਂ ਲੈ। ਮੇਰਾ ਇੱਕ ਹੋਰ ਬਚਨ ਸੁਣ ਧਿਆਨ ਨਾਲ। ਜਿਵੇਂ ਮਾਤਾ ਜਿਹੜੀ ਆਪਣੀ ਗੋਦੀ ਵਾਲੇ ਛੋਟੇ ਬੱਚੇ ਨੂੰ ਪੰਘੂੜੇ 'ਚ ਬਿਰਾਜਮਾਨ ਕਰਦੀ ਹੈ, ਉਹ ਬੱਚੇ ਦੀ ਮਾਲਾ ਨਹੀਂ ਫੜਦੀ, ਬੱਚਾ 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 ਕਰਕੇ ਸਿਮਰਨ ਨਹੀਂ ਕਰਦੀ ਹੈ, ਮਣਕੇ ਨਹੀਂ ਸੁੱਟਦੀ ਹੈ, ਜਾਂ ਚੌਂਕੜਾ ਮਾਰ ਕੇ ਸਮਾਧੀ 'ਚ ਬੱਚੇ ਦਾ ਧਿਆਨ ਨਹੀਂ ਧਰਦੀ। ਕੁਦਰਤੀ ਉਹਦਾ ਜਿਹੜਾ ਧਿਆਨ ਹੈ ਅੰਤਰ ਬਾਹਰ ਕਾਜ ਵਿਰੁੱਧੇ। ਕਦੇ ਘਰ ਦੇ ਅੰਦਰਲੇ ਕਦੇ ਘਰ ਦੇ ਬਾਹਰਲੇ ਕੰਮਾਂ ਦੇ ਵਿੱਚ ਰੁਕੀ ਫਸੀ ਰਹਿੰਦੀ ਹੈ, ਵਿਸ਼ੇਸ਼ ਕਰਕੇ ਰੁੱਝੀ ਰਹਿੰਦੀ ਹੈ। ਨਿਆਣੇ ਤਾਂ ਦਾਦੇ ਤੇ ਦਾਦੀ ਖਿਡਾਉਂਦੇ ਨੇ ਤੇ ਮਾਂ ਪਿਓ ਨੂੰ ਥੋੜ੍ਹਾ ਟਾਈਮ ਲੱਗਦਾ। ਤੋ ਇਸ ਵਾਸਤੇ ਇਹ ਬਜ਼ੁਰਗਾਂ ਦੇ ਹੱਥਾਂ 'ਚ ਹੀ ਬੱਚੇ ਸੋਭਾ ਪਾਉਂਦੇ ਨੇ। ਸਗੀ ਮਾਂ ਨੂੰ ਤਾਂ ਇੱਕ ਘੜੀ ਵੇਲ ਨਹੀਂ ਹੈ, ਤੋ ਇਸ ਵਾਸਤੇ ਉਹ ਤਾਂ ਚਾਹੁੰਦੀ ਵੀ ਸੁੱਤਾ ਹੀ ਰਹੇ ਜਾਂ ਖਿਡੌਣਿਆਂ ਨਾਲ ਖੇਡਦਾ ਰਹੇ। ਜੀਤ ਸੁਬਾਰਕ ਰਾਖੀਆਂ ਲੈ। ਪਰ ਆਪਣਾ ਚੇਤੋ ਬੱਚੇ 'ਚ ਰੱਖਦੀ ਹੈ। ਇਸੇ ਤਰ੍ਹਾਂ ਕਹਿਤ ਨਾਮ ਦਿਓ ਸੁਨੋ ਤਿਲੋਚਨ। ਨਾਮਦੇਵ ਜੀ ਕਹਿੰਦੇ ਇਹ ਤਿੰਨਾਂ ਲੋਕਾਂ ਨੂੰ ਅੱਖਾਂ ਨਾਲ ਵੇਖਣ ਵਾਲੇ ਤ੍ਰਿਗੁਣੀ ਦ੍ਰਿਸ਼ਟੀ ਵਾਲੇ ਤ੍ਰਿਲੋਚਨ ਭਗਤ ਸੁਣ। ਬਾਲਕ ਪਾਲਣ ਪੌੜੀ ਲੈ। ਮੇਰਾ ਮਨ ਰੂਪ ਬੱਚਾ, ਇਹਨੂੰ ਬ੍ਰਹਮਾਕਾਰ ਬਿਰਤੀ ਰੂਪ ਮਾਤਾ ਨੇ ਬ੍ਰਹਮ ਅਭਿਆਸ ਰੂਪ ਪੰਘੂੜੇ ਤੇ ਬਿਰਾਜਮਾਨ ਕੀਤਾ ਹੈ। ਅਤੇ ਅੰਤਰ ਬਾਹਰ ਕਾਜ ਵਿਰੁੱਧੇ। ਕਦੇ ਬ੍ਰਹਮਾਕਾਰ ਬਿਰਤੀ ਅੰਤਰਮੁਖ, ਕਦੇ ਸੰਸਾਰਾਕਾਰ ਹੋਣ ਵੱਲੋਂ ਸਮਝਾਉਣ ਆਦਿ ਕੰਮ ਦੇ ਵਿੱਚ ਰੁਕੀ ਰੁੱਝੀ ਰਹਿੰਦੀ ਹੈ। ਜੀਤ ਸੁਬਾਰਕ ਰਾਖੀਆਂ ਲੈ। ਪਰ ਆਪਣਾ ਚੇਤ ਉਸ ਮਨ ਰੂਪ ਬੱਚੇ ਦੇ ਵਿੱਚ ਟਿਕਾ ਕੇ ਰੱਖਦੀ ਹੈ। ਸਤਿਗੁਰੂ ਮਹਾਰਾਜ ਨੇ ਸਾਨੂੰ ਉਦਾਹਰਣ ਦਿੱਤੀ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇੱਕ ਬੱਚਾ ਸੀ 5 ਸਾਲ ਦਾ, ਦੂਜਾ ਸੀ 7 ਸਾਲ ਦਾ। ਤੇ ਮੈਂ 14-15 ਸਾਲ ਦੇ ਬੱਚੇ ਦੀ ਪਹਿਲਾਂ ਤੁਹਾਨੂੰ ਸਾਖੀ ਸੁਣਾਈ। ਹੁਣ ਤਾਂ ਵਿਆਹ ਗਿਆ, ਹੁਣ ਉਹਦੇ ਘਰ ਮੁੰਡਾ ਵੀ ਸੰਥਿਆ ਕਰਾਉਂਦਾ। ਇੱਕ ਛੋਟਾ ਜਿਹਾ ਬੱਚਾ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਫਤਿਹਗੜ੍ਹ ਮਾਂਦਣਾ ਸੈਕਟਰ 34, ਉਦੋਂ ਸਕੂਲ ਹੁਣ ਸਵਾੜੇ ਚਲਾ ਗਿਆ, ਇੱਥੇ ਸੀਗਾ ਮੈਂ ਪਹਿਲਾਂ ਵੀ ਬੇਨਤੀ ਕੀਤੀ। ਅੰਮ੍ਰਿਤ ਸੰਚਾਰ ਵਿੱਚ ਇੱਕ ਛੋਟੇ ਜਿਹੇ ਬੱਚੇ ਦੇ ਦਰਸ਼ਨ ਹੋਏ ਸੀਗੇ। ਮਸਾਂ ਹੀ ਉਹ 4ਥੀ ਕਲਾਸ ਦਾ ਤੇ 8-9 ਸਾਲ ਦਾ ਹੋਊਗਾ। ਪੰਜਾਬੀ ਵੀ ਨਹੀਂ ਸੀ ਆਉਂਦੀ, ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ। ਤੇ ਪਰ ਜਦ ਉਹਨੇ ਆਪ ਦਾ ਭਜਨ ਸੁਣਾਇਆ, ਝੂਠ ਵੀ ਕੋਈ ਨਹੀਂ,
ਸਾਡੇ ਕੋਲ ਝੂਠ बोल के किसी ने की लेना। और ਉਹਦੇ ਕੋਲ मैं इन्ने करड़े सवाल किए, उन्हें सही संतां वाला उत्तर दिता। कहन लगा भी महाराज सच्चे पातशाह जी की कृपा, गुरु गोबिंद सिंह साहब जदों मैं चाहवां मेरे अगे आके खड़ जांदे, मेरे नाल गल्लां करदे, बचन हुंदे ने ते अठे पैर वाहिगुरू 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 दा भजन हुंदा रहिंदा। छोटा जिहा बच्चा ते बड़े उन्हें बचन सुनाए, मैनूं बड़ियां चंगियां गल्लां। मैं सारे अमर सिंह चार ਉਹਦੇ ਕੋਲ बैठा रहा, बाकी सिंह सेवा करते रहे। तो महापुरख बाबा जरनैल सिंह जी वर्गे महापुरखों ਦੀਆਂ ਸਾਖੀਆਂ तो ਸਾਰਿਆਂ ਨੂੰ ही पता। तो इस वास्ते किरपा ही आ वाहिगुरू दी, भावें बच्चे ते हो जाए तो भावें साडे वर्गे बजुर्गों ते भी ना होवे। महाराज दे चरनां च अरदास करिए कि गुरु साहब साडी बिरती नूं नाम बाणी च जोड़ लैण। साडी लायां भी नहीं लगदी, गुरु घर भी नहीं जुड़दी, तो जे ते किरपा हो जाए वो जिथे मर्जी तुरिया फिर जो मर्जी करता रहे। गुरु साहब बख्शिशां रहमतां वरताउंदे ने। सो वाहिगुरू की किरपा की निशानी एक माई मैनूं निशान साहब कोल मिली, मैं नहीं जानता, सामने आ जाए मैं पहचानूंगा नहीं। शाम की कथा सुनती होंदी, कहती बाबा जी, मैं कहा दसो, कहती तुसीं कहंदे नाम जपो नाम जपो, तो मेरे ते रब ने इन्नी कृपा की, मैनूं तां डर लगदा भी न्याणे सामूगा कौन। बिरती मेरी इन्नी उच्ची चढ़ जाती भी संसार का चेता भुल जाता, ब्रह्म ज्ञान की अवस्था सचखंड तक। तो मैं जब आपके बच्चों वाल वेखदी, मैं अरदास करती भी रब सच्चिया भी मैनूं तूं ब्रह्म ज्ञानी ना बना। ये न्याणे बेचारे रुल जाणगे, मोह की मारी माई होई सामभदी है, बच्चों का साह सूई कसीदा कढ़दी तो उन्होंने कपड़े लीड़े धोंदी भी जे तू मैनूं ज्ञान देता ये बिरती जोड़ दे, फिर संसार नूं टुट जाऊंगी। मैं कहा माई मेरी अरदास कर दे भी मैनूं महाराज कुछ दे दे, किन कैक जे जी बसावे। क्यों रब दा घर है, कीमत किहदे ते कृपा हो जानी है। भुल्लां चुका क्षमा करो जी, अगे तो समत बख्शो। कहत नाम दियो सुनो त्रिलोचन, बालक पालन पौड़ियां ले, अंतर बाहर काज विरुद्धे, चीत सवारिक राखी अले। वाहिगुरू जी का खालसा, वाहिगुरू जी की फतेह। वेद पुराण शास्त्र अनंता, धन भगत नामदेव साहब जी की गुरबाणी चल रही है। भगत नामदेव जी कथन करते हैं कि वेद पुराण शास्त्र अनंत जो चार वेद हैं ते 6 शास्त्र ने। चार वेद 6 शास्त्र 18 पुराण, अनंता बेअंत या अंत तो रहत जिहड़े शास्त्र ने, या अनंत प्रकार के विष्णु के अवतारां के कौतक कथन करने वाले शास्त्र ने, या जो अनंत प्रकार के जगत की रचना नूं कथन करने वाले शास्त्र ने। ये तां भगत नामदेव जी शास्त्रां वेदां ते पुराणां दा नाम लै रहे ने, क्योंकि भगत नामदेव जी नूं एक कर्मकांडी पुरख ने आके घेरिया। कहन लगा कि नामदेव तू गल्लां तां बहुतियां करदा है ते पर कोई पूजा ते क्रियाकर्म तां तू करदा नहीं, इन्नी दुनिया तैनूं भगत कहंदी है। तू कोई माड़ा मोटा पूजा क्रियाकर्म जो वेदां शास्त्रां 'च लिखिया होया करिया कर। तां सुन के भगत नामदेव जी उन्हां कर्मकांडी पुरख की बाबत या सारे कर्मकांडियां बाबत उपदेश बख्शदे ने कि मैं तां भाई संसार तो वैरागमान हो के परमेश्वर नूं ही गाउंदा। जिन्ने भी आज वेद ने पुराण ने शास्त्र ने ते जो भी ये कर्मकांडा वाले ग्रंथ हैं, गीत कविता ना गावांगो, गीत अते कवित पिंगल ग्रंथ के अनुसार कविता छंद
ਜਾਂ ਗੀਤ ਬਿਸ਼ਨਪਤੀ ਆਦਿ ਤੇ ਕਵੀਆਂ ਦੀਆਂ ਕਵਿਤਾਵਾਂ ਨੇ ਉਹ ਨਹੀਂ ਮੈਂ ਗਾਵਾਂਗਾ। ਮਤਲਬ ਕੱਚੀ ਬਾਣੀ ਨਹੀਂ ਪੜਾਂਗਾ। ਕੱਚੇ ਪੱਲਿਆਂ ਦੀ ਉਚਾਰੀ ਬਾਣੀ ਵੀ ਕੱਚੀ ਹੁੰਦੀ ਹੈ, ਸਮਾਂ ਬਰਬਾਦ ਹੁੰਦਾ। ਮੈਂ ਕਵਿਤਾ ਨਹੀਂ ਪੜ੍ਹਦਾ ਹਾਂ। ਅਖੰਡ ਮੰਡਲ ਨਿਰੰਕਾਰ ਮਹਿ, ਜੋ ਅਖੰਡ ਚੇਤਨ ਖੰਡਨ ਤੋਂ ਰਹਿਤ ਇੱਕ ਰਸ ਮੰਡਲ ਗੋਲਾਕਾਰ ਘੇਰੇ ਵਿੱਚ ਜਾਂ ਮੰਡਲ ਸਮੂਹ ਜੀਵਾਂ ਦੇ ਅੰਦਰ ਪਰਿਪੂਰਨ ਨਿਰੰਕਾਰ ਪਰਮੇਸ਼ਰ ਹੈ। ਅਨਹਦ ਬੇਨ ਬਜਾਵੋ, ਮੈਂ ਉਹਦੇ ਵਿੱਚ ਹੱਦ ਤੋਂ ਰਹਿਤ ਜਾਂ ਇੱਕ ਰਸ ਬ੍ਰਹਮਾਕਾਰ ਬਿਰਤੀ ਕਰਕੇ ਸੁੰਦਰ ਨਾਮ ਰੂਪੀ ਬੀਨਾ ਬੰਸਰੀ ਵਜਾਵਾਂਗਾ। ਬੈਰਾਗੀ ਰਾਮ ਹੈ ਗਾਵੋ, ਇੰਜ ਮੈਂ ਵੈਰਾਗਵਾਨ ਹੋ ਕੇ ਪਰਮੇਸ਼ਰ ਦੇ ਜਸ ਨੂੰ ਗਾਵਾਂਗਾ। ਭਾਵ ਕਰਮ ਕਾਂਡ ਵਿੱਚ ਲੱਗਣ ਦੀ ਥਾਂ ਮੈਂ ਪਰਮੇਸ਼ਰ ਦਾ ਜਸ ਉਚਾਰਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਾਂਗਾ। ਸ਼ਬਦ ਅਤੀਤਾ ਅਨਾਹਦ ਰਤਾ, ਜੋ ਸ਼ਬਦ ਸੰਸਾਰ ਤੋਂ ਅਤੀਤ ਅਸੰਗ ਬ੍ਰਹਮ ਹੈ ਜਾਂ ਜੋ ਤਿੰਨਾਂ ਗੁਣਾਂ ਤੋਂ ਅਤੀਤ ਅੰਦਰਲੇ ਬ੍ਰਹਮ ਹੈ, ਉਹਦੇ ਵਿੱਚ ਅਨਾਹਦ ਇੱਕ ਰਸ ਮੇਰਾ ਚਿੱਤ ਰਾਤਾ ਰੰਗਿਆ ਹੋਇਆ ਹੈ। ਕੁਲ ਕੈ ਕਰ ਜਾਓਗੋ, ਅੰਤ ਨੂੰ ਮੈਂ ਕੁਲਾਂ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਜਾਵਾਂਗਾ। ਰਹਾਉ ਵਿਸ਼ਰਾਮ ਦੇ ਘਰ ਫਰਮਾਨ ਕਰਦੇ ਨੇ, ਜਿਸ ਤਰ੍ਹਾਂ ਦਾ ਵੇਖੀਏ, ਜਿਸ ਤਰ੍ਹਾਂ ਦਾ ਪੜ੍ਹੀਏ, ਜਿਸ ਤਰ੍ਹਾਂ ਦਾ ਸੁਣੀਏ, ਉਸੇ ਤਰ੍ਹਾਂ ਦਾ ਹੀ ਮਨ ਉੱਪਰ ਅਸਰ ਹੋ ਜਾਂਦਾ। ਮੈਂ ਸਿਨੇਮੇ ਦੇ ਅੰਦਰ ਸਕਰੀਨ ਦੇ ਅੱਗੇ ਵੀ ਬੈਠ ਕੇ ਵੇਖਿਆ। ਕਈ ਕਹਿੰਦੇ ਜੀ ਧਾਰਮਿਕ ਫਿਲਮ, ਉਹੀ ਫਿਰ ਸੁਪਨੇ 'ਚ ਘੁੰਮਦੀ ਰਹਿੰਦੀ ਹੈ। ਹੁਣ ਤੁਸੀਂ ਗੁਟਕਾ ਫੜਿਆ, ਅੰਮ੍ਰਿਤ ਵੇਲੇ ਦੀ ਕਿਉਂ ਵਿਸ਼ੇਸ਼ਤਾ ਹੈ ਕਿ ਜੋ ਕੁਝ ਤੁਸੀਂ ਰਾਤ ਨੂੰ ਜਾਂ ਕੱਲ ਨੂੰ ਵੇਖਿਆ ਸੀ ਤੁਹਾਨੂੰ ਭੁੱਲਿਆ ਹੋਇਆ, ਬਸ ਗੁਟਕੇ ਦੇ ਅੱਖਰ ਦਿਖ ਰਹੇ ਨੇ। ਤੇ ਜੇ ਤੁਸੀਂ ਸਿਨੇਮੇ ਦੀ ਸਕਰੀਨ ਅੱਗੇ ਬੈਠ ਕੇ ਗੁਟਕਾ ਫੜ ਕੇ ਵੇਖੋ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਹਾਡਾ ਬਾਣੀ ਛੇਤੀ ਨਹੀਂ ਜੁੜੂਗਾ। ਗੁਰਦੁਆਰੇ ਆ ਕੇ ਆਪਾਂ ਕਿਉਂ ਫੜਦੇ ਹਾਂ? ਸਿਨੇਮੇ ਘਰ 'ਚ ਬੰਦਾ ਫੜ ਕੇ ਦੇਖੇ, ਮਤਲਬ ਅੱਗੇ ਤਾਂ ਕੁਝ ਹੋਰ ਚੱਲ ਰਿਹਾ, ਜੋ ਕੁਝ ਦੇਖ ਰਹੇ ਆ ਉਹ ਮਨ ਦੇ ਉੱਪਰ ਉਹੀ ਅਸਰ ਕਰੂਗਾ। ਜੋ ਆਪਾਂ ਰੌਲੇ ਰੱਪੇ 'ਚ, ਨਿੰਦਿਆ ਚੁਗਲੀ 'ਚ, ਰਾਗ ਰੰਗ 'ਚ ਮਸਤੀਆਂ ਮਾਰਦੇ ਆ, ਤਾਈਓ ਬਾਣੀ ਚਿੱਤ ਨਹੀਂ ਜੁੜਦਾ। ਬਾਣੀ ਚਿੱਤ ਜੋੜਨ ਲਈ ਸਾਨੂੰ ਗੁਰਦੁਆਰੇ ਕਿਉਂ ਆਉਣਾ ਪੈਂਦਾ ਕਿ ਆਪਾਂ ਚੰਗਾ ਦੇਖੀਏ। ਇੱਥੇ ਸਭਨਾਂ ਨੇ ਜਿੰਨੀ ਮਰਜ਼ੀ ਸੰਗਤ ਹੋਵੇ ਚੁੱਪਚਾਪ ਆਉਣਾ, ਚੁੱਪਚਾਪ ਚਲੇ ਜਾਣਾ, ਤੇ ਗੁਰੂ ਦੀ ਬਾਣੀ ਹੀ ਚੱਲਦੀ ਆਪ ਨੂੰ ਸੁਣਨੀ ਹੈ। ਜੋ ਕੁਝ ਦੇਖੋਗੇ ਗੁਰੂ ਸਾਹਿਬ ਨੂੰ ਦੇਖੋਗੇ, ਜੁੜੀ ਹੋਈ ਸੰਗਤ ਦੇਖੋਗੇ। ਮਤਲਬ ਅੱਖਾਂ ਦੇ ਰਾਹੀਂ ਵੀ ਸੰਸਕਾਰ ਸਾਡੇ ਢਿੱਡ 'ਚ ਜਾਂਦੇ ਨੇ, ਮਨ ਉੱਪਰ ਅਸਰ ਕਰਦੇ ਨੇ। ਜੋ ਕੰਨਾਂ ਦੇ ਛੇਕ ਨੇ, ਇਹਨਾਂ ਨੇ ਜੋ ਕੁਝ ਸੁਣਦੇ ਆ ਉਹ ਵੀ ਅੰਦਰ ਵੜਦਾ ਹੈ। ਤੋ ਮਨ ਟਿਕਾਉਣ ਦੇ ਵਾਸਤੇ ਵਾਤਾਵਰਨ ਸ਼ੁੱਧ ਹੋਣਾ ਚਾਹੀਦਾ ਹੈ। ਜੇ ਤੁਸੀਂ ਕੱਚੀ ਪੀਲੀ ਕਵਿਤਾ ਪੜੋਗੇ, ਗੀਤ ਗਾਣੇ ਜਾਂ ਹੋਰ ਨਾ ਕਰਮ ਕਾਂਡਾਂ ਵਿੱਚ ਲੱਗੋਗੇ, ਤੁਹਾਡਾ ਚਿੱਤ ਨਾਮ ਦੇ ਵਿੱਚ ਜੁੜੂਗਾ ਨਹੀਂ। ਨਾਮ ਜਪਣ ਵਾਸਤੇ ਸੱਚੇ ਸੁੱਚੇ ਬੰਦਿਆਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਯਾਨੀ ਕਿ ਸੰਤਾਂ ਦੀ ਸੰਗਤ, ਸੰਤਾਂ ਨੂੰ ਵੇਖਣਾ ਚਾਹੀਦਾ ਜਿਨ੍ਹਾਂ ਨੇ ਚੰਗਾ ਬੋਲਣਾ ਤੇ ਚੰਗਾ ਹੀ ਵਿਚਾਰ ਦੇਣਾ, ਤੇ ਕੰਨਾਂ ਦੇ ਰਾਹੀਂ ਉਹਨਾਂ ਦੇ ਚੰਗੇ ਬਚਨ ਸੁਣਨ ਦੀ ਲੋੜ। ਇਸ ਲਈ ਸਭ ਤੋਂ ਉੱਤਮ ਗੁਰੂ ਦੀ ਬਾਣੀ ਹੈ। ਵਿਹਲਾ ਟਾਈਮ ਹੋਵੇ, ਇੱਕ ਸਹਿਜ ਪਾਠ ਰੱਖ ਛੱਡੋ, ਭੋਗ ਜਦੋਂ ਮਰਜ਼ੀ ਪਏ, ਤੇ ਭਾਵੇਂ ਘਰ ਬੈਠੇ ਸਹਿਜੀਆਂ ਤੋਂ ਪੜ੍ਹਦੇ ਰਹੋ। ਇਉਂ ਸੱਚੀ ਗੁਰਬਾਣੀ ਨੂੰ ਪੜ੍ਹਨ ਤੋਂ ਸੱਚੇ 'ਚ ਚਿੱਤ ਜੁੜੂਗਾ। ਨਾਮਦੇਵ ਜੀ ਕਹਿੰਦੇ ਨੇ, ਇਸ ਲਈ ਮੈਂ ਤਾਂ ਭਾਈ ਕਿਸੇ ਹੋਰ ਗ੍ਰੰਥ ਨੂੰ ਪੜ੍ਹਦਾ ਸੁਣਦਾ ਵਾਚਦਾ ਹੀ ਨਹੀਂ ਹਾਂ, ਤੇ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦਾ, ਰੱਬ ਦਾ ਨਾਮ ਜਪਦਾ। ਸਾਧ ਸੰਗਤ ਜੀਓ, ਜੇ ਤੁਸੀਂ ਓਮ ਨਮੋ ਭਗਤ ਵਾਸਦੇਵ ਜਾਂ ਓਮ ਨਮੋ ਵਾਸਦੇਵ ਨਮः, ਇਹ ਵਿਸ਼ਨੂੰ ਜੀ ਦਾ ਮੰਤਰ,
जे तुसी इसका जाप करोगे, इहदा जाप जपण दे नाल तुसी सचखंड के दर्शन नहीं कर पाओगे, क्योंकि जिहड़ा शब्द है मंत्र है विष्णु का है, ते विष्णु का बेचारा आप सचखंड नूं लभदा है, उन्होंने पता ही नहीं सचखंड कित्थे है। वो बैकुंठ का वासी है, तुहानूं दर्शन देऊगा, वध तों वध तुहानूं बैकुंठ च ले जा सकदा, पर सचखंड नहीं पहुँचा सकता। जे तुसी ब्रह्मा का जाप जपोगे तो ब्रह्म लोक दे विच पहुँचोगे। जे तुसी ओम नमः शिवाय शिव जी का जाप जपोगे, शिव जी आपदी पूरी च लै जाऊगा, वो मुक्त नहीं कर सकता। सचखंड के दर्शन तुहानूं कोई मंत्र नहीं करा सकता, किहड़ा मर्जी पढ़ो। ठीक है, सब धर्म एक ने ते सारे रब का नाम जपाउंदे ने, पर असल च रब का नाम जपाउण वाला इक्को गुरु नानक साहब दुनिया च होया। बाकी सबना ने, जे विष्णु के अवतार होए उन्हें आप दा नाम जपाया, जे ब्रह्मा दे होए उन्हें आप दे मगर लाया, जे शिव जी तो उन्हें आप दी पूजा सिखाई है। सबना ने आपो अपने मंत्र दृढ़ कराए ने। कोई राधा स्वामी जपदा, कोई राधे कृष्णा जपदा, कोई सीता राम जपदा। रब का नाम दसो ये किहड़ा है? जे मैं गलत बोला या झूठ बोला तो तुसीं मैनूं पुछ सकते हो। कोई रब का नाम दसो। रब का नाम तो श्री गुरु नानक देव जी ने जपाया, सतनाम वाहिगुरू। किते गुरु गोबिंद सिंह ने आपां नूं आख्या होवे भी गोबिंद गोबिंद जपो, या श्री गुरु नानक देव जी ने आख्या भी नानक नानक जपो? बिल्कुल नहीं। जिस तरह सीता राम सुलखणी नानक थोड़ो जपाया। राधा स्वामी, राधा बीबी का नाम है, स्वामी उहदा मालक है। इस तरह गुरु गोबिंद सिंह ने अजीत कौर गोबिंद थोड़ो जपाया। सहब दीवा कौर जां गोबिंद, साडी माता दा सहब दीवा ते पिता गुरु गोबिंद सिंह, यही साडे गुरु माता गुरु पिता ने, उन्हें आपका नाम नहीं जपाया। निरंकार का नाम जपाया गुरु गोबिंद सिंह ने, गुरु नानक साहब ने अमृत छका के मूल मंत्र गुर मंत्र दिता। तो ये जिहड़ा रब का नाम है, रब के घर तो आया है। जिन्नी भी बाणी है ते महाराज ने आपदे परिवार का सजरा नहीं दिता। कोई जिन्ने जंग युद्ध उन्होंने तो कोई वीरवा नहीं लिखिया। गुरु गोबिंद सिंह साहब ने आपकी बाणी नहीं दर्ज की, क्योंकि 10 मगरां च विचित्र नाटक है। अब मैं अपनी कथा विखानू, कुछ साहबा ने आपकी कथा लिखी, जंगा युद्धां का वर्णन किया। मैं ने सोचा भी धुर की बाणी है, रूह की खुराक है, तो इसलिए वो जिहड़े चरित्र सी वो वखरा ग्रंथ 10 ग्रंथ बनाता साड़ी जानकारी वास्ते। ते धुर की बाणी दे विच धुर की बाणी दर्ज की, जिहड़ी धुर तो आई है, जिन्हें आत्मा की कल्याण करनी है। ये बाणी जो जियो जाने ते संत रवै हरनामा। तुसी कर्म कांड करोगे, पुण्य करोगे तो स्वर्गां च पहुंच जाओगे। 101 अश्वमेध जागरण का ये फल है। तीर तीर के फासले ते तीर छड्डना, जिथे तीर डिगना उत्थे जग करना, जिहड़ा कुरुक्षेत्र के मैदान में हो। महाभारत के युद्ध तो बाद किया इन्हों ने। साध संगत जीओ, वो कैरवां दे पांडवां दा जद युद्ध होया ते पांडवां ने पापां दा भार उतारन लई भी कतलेआम बहुत होया। इन्हां अश्वमेध जा कीता सी, इहो जिहे 101 कीते जाण तां स्वर्ग दा राजा इंद्र बनदा। मतलब पुन्नां दा फल जिहड़ा है वो स्वर्ग की प्राप्ति है। ते किसी भी देवी का नाम जप लो, देवी तुहानूं आप दी लोक लै जाऊगी, आप दा रूप बना देगी। पैरों पोत शीतला तावै, कर बाहणों शार उडावै। पर जे तुसी बाणी पढ़ोगे, रब का नाम जपोगे, तो तुर की बाणी आई तिन सगली चिंत मुटाई, तुहाडी बिरती जिउंदियां ही उपर नूं चढ़ जाऊगी। जिन्ने भी बकुंठ या ब्रह्मपुरी या शिवपुरी है, शिवपुरी ब्रह्मेंद्रपुरी निश्चल को थाओ ना है। ब्रह्म ज्ञानी की बिरती इन्हां तो उपर तुरी अवस्था दे विच चौथे पद च विचरदी है। सचखंड वसै निरंकार, जिस अवस्था च निरंकार का प्रकाश है वो अवस्था की जिउंदियां ही प्राप्ति हो जाती है। तो मरण तो बाद साध संगत जीओ, जिथों ये बाणी आई है, जिथों ये नाम आया है, उस स्थान दे ही
ये जिहड़ा सो वाहिगुरु का नाम है, तुर की बाणी है, ये तुहानू लै जाएगी। तुर की बाणी आई तिन सगली चिंत मिटाई, जिउंदियां भी चिंता मुक्त कर दी है ते मरण तो बाद भी सचखंड दे विच निवास दिवाउंदी है। इसलिए गुरबाणी विच जिक्र हुंदा है, पुन दान जप तप जेते सब उपर नाम। जिन्ने दान ने दुनिया दे, जिन्ने पुन ने, सबना तो उपर वाहिगुरु दा नाम क्यों है? क्योंकि दान पुन कर्म कांड बंदे नूं सचखंड दे अंदर नहीं प्रवेश करा सकते। सो जिहड़ी बाणी है, जिहड़ा वाहिगुरु नाम है, ये सचखंड दे विच पैर पाउण वाला है, सचखंड दा वासी बनाउण वाला। इसलिए नामदेव जी कहिंदे ने, मैं तां आकुल कह कर जाऊंगा। सो मैं तां ब्रह्म परमेश्वर स्वरूप रूपी घर दे विच सचखंड विच जावांगा। संतन दो राधे कमन नरक क्या सुरग विचारा, संतन दो राधे सुरग नरक दे मैं रहियो सतगुर के प्रसाद। मैं स्वर्गा नरकां दी इच्छा नहीं रखदा, किसी पुरी दी इच्छा नहीं रखदा। जिस तरह माता भाग भरी कश्मीर दी रहन वाली नूं ब्रह्मा भी आया, विष्णु भी आया, शिव जी सारियां ने आख्या चल माता तेनों आपदी पुरी च लै चलीए। कहंदे ना वीरा तू कौन है? मैं नहीं तेनों पहचानदी। कि मैं तो वीरा सारी उम्र आपदे घर रही हाँ, बगाने बंदे ना मैं क्यों तुरूंगी भला? दस जिन्हों मैं जानती नहीं, तू है कौन? माता मैं विष्णु हाँ। ठीक है तू होएगा आपदे घर होएगा, मैनू दुनिया मानती, मैं नहीं वीरा तेरे नाल जाना, मैं तेनों पहचानती नहीं। मैं जिउंदे जी जात सात रखिया, आपदा घर नहीं छड्डिया, मैं क्यों तेरे नाल जाऊंगी? कहंदे माता तेरी उम्र पूरी हो गई है, ते जद बंदा शरीर छड्डे उन्होंने उपर जाना पैंदा। मैं तेनों आपदी पुरी च ले जाऊंगा, दुनिया का तरसदी पकुंठ च जान लू। तू मैनू पहचानती नहीं है। कहती ना वीरा मेरे हथ जोड़े, उम्र ठीक पूरी हो गई है, पर मैं तो आपदे गुरु नूं मिल के जाऊंगी। जिन्ना चिर मेरा गुरु मैनू दर्शन नहीं दिंदा, मैं शरीर नहीं छड्डना। ते मैनू माफ करी, रोटी पानी खा, जिहड़ी चीज़ की लोड़ है दस, मैं की सेवा करा। मैं तेनों मत्था टेकदी हाँ, पर वीरा भी मैं तेरे नाल नहीं जाना। सारे देवतियां नूं ना कीती ते गुरु के दर्शनां दी प्रायण होई। दर्शन देख जीवां गुर तेरा, वो भागा भरी माई नूं कित्थे अमृतसर लोग मखौल करन भी माता भी तेनों ही महाराज ने मिलना। दस इन्ना काम है गुरु साहब नूं, किन्ने उन्हां दे रुझेवे ने, कित्थे अमृतसर कित्थे कश्मीर। बंदा अक जांदा गड्डी ते बैठा होया ही, लोग जहाज ते चढ़ के जांदे ते तुर के जाना कितना औखा। देखो इन्ना पैंडा किवें तय करके आउणगे, पर उहदी शरधा नूं फल लगा। गुरु हरगोबिंद साहब ने उन्होंने दर्शन दिते ते जो उन्हें कपड़ा लीड़ा बनाया सी गुरु जी नूं पहनाया। आख्या दस माता तू की चाहुंदी है, तेरे मन की इच्छा की है? इन्दी सच्चे पातशाह भी इच्छा तां तुसीं पूरी कर ही दित्ती है। दर्शनां दी इच्छा सीगी, वो अपनी पूरी हो गई। हुण मैनूं की चाहीदा जी? बस हुण इंज बेनती है कि मेरे सवास पूरे हो चुके ने बड़े चिर दे, ते मैं तो अरदास करके जिद करके बैठी सी। बड़े मैनूं लैण आए पर मैं किसी ना नहीं गई। मैं कहा भी मैं तो आपदे गुरु के चरणों च शरीर छड्डना, ते जिस तरह हुण इत्थे चरणों च आप रख रहे हो, इस तरह मरण तो बाद भी चरण बख्शियो। ते हुण महाराज तुहाडे दर्शन करदियां ही मेरे सवास पूरे हो। बस इन्नी कि मेरी अरदास सुनो, ते मेरी रूह जिहड़ी है तुहाडे चरणों च ही रहे, ते आप मेरी अरदास करियो। मेरा जो देह संस्कार है तुसीं करना। महाराज कहंदे 7 बजे चंगा, फिर हुण सत श्री अकाल बुला। तो गुरु साहब के दर्शन करते हो माता ने शरीर त्यागिया, ते गुरु साहब ने उन्होंने सचखंड च वासा कराया। दसे पातशाहियां सचखंड के वासी ने। बैकुंठ नगर जहाँ संत वासा, जिहदे च बैकुंठ द्वैत रुक जाती है, उत्थे ही संतां गुरु साहिबां दा निवास है। बेगमपुरा शहर को नाम शहर का नाम है द्वैत तो रहत, जिथे द्वैत रुक जाती है, या बेगमपुरा चिंता तो रहत। उस देश के वासी जिन्ने भी आ भगतां दी बाणी है, ते गुरु साहिबान दे भट्ट संत सारे गुरु दे सिख उसे देश के वासी ने।
तो इस तरह नामदेव जी कहते ने कि मैं तो कोई कविता कविता नहीं पढ़ूंगा, कोई वेदां शास्त्रां दी कोई मैं सो बाणी नहीं पढ़दा, मैं तो आपदा वाहिगुरु नाम जपदा, क्योंकि मैं चेते इहदे च नहीं अटकाउणा कर्म कांडां च, ते मैं तो रब दे घर पहुंचना है। आकुल कह कर जाऊंगो जिहड़ा कुलां तो रहत ब्रह्म है, साध संगत जीओ शब्द संसार तो अतीत असंग, अनाहत तिन्ना गुणा तो अतीत निर्लेप ब्रह्म है। ਉਹਦੇ ਵਿੱਚ ਅਨਾਹਦ ਇੱਕ ਰਸ ਮੇਰਾ ਚਿੱਤ ਰਾਤਾ ਰੰਗਿਆ ਹੋਇਆ ਹੈ। ਤੇ ਆਕੁਲ ਕਹਿ ਕਰ ਜਾਹੂੰਗੋ ਜਿਹੜਾ ਕੁਲਾਂ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਹੈ। ਇਹ ਨਹੀਂ ਵੀ ਉਹ ਜਿਵੇਂ ਰਾਮਾ ਅਵਤਾਰ ਸੂਰਜਵੰਸ਼ੀ ਹੋਇਆ ਸੂਰਜ ਦੀ ਕੁਲ ਵਿੱਚ, ਤੇ ਜਿਹੜਾ ਕ੍ਰਿਸ਼ਨ ਭਗਵਾਨ ਜਾਦਵੰਸ਼ੀ ਹੋਇਆ ਜਾਦਵਾਂ ਦੀ ਕੁਲ 'ਚ, ਉਹ ਰੱਬ ਕਿਸੇ ਕੁਲ ਵਾਲਾ ਨਹੀਂ ਹੈ। ਕੁਲਾਂ ਤੋਂ ਰਹਿਤ ਉਹ ਸਰੂਪ ਦੇ ਉਹਦੇ ਸਰੂਪ ਰੂਪੀ ਘਰ ਦੇ ਵਿੱਚ ਮੈਂ ਜਾਣ ਦੀ ਤਿਆਰੀ ਕੀਤੀ ਹੋਈ ਹੈ। ਕਮਰ ਕਸਾ ਲਾਇਆ ਤੋ ਮੈਂ ਤਾਂ ਰੱਬ ਦੇ ਘਰ ਜਾਵਾਂਗਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਗੁਰੂ ਦੇ ਸਿੱਖ ਦਾ ਧਿਆਨ ਰਾਹ ਦੇ ਸਵਾਮੀ ਵਿੱਚ ਨਹੀਂ ਹੋਣਾ ਚਾਹੀਦਾ, ਜਿਹੜਾ ਦਰਗਾਹ ਦਾ ਮਾਲਕ ਹੈ ਉਹਦੇ ਵਿੱਚ ਧਿਆਨ ਜੋੜਨਾ ਚਾਹੀਦਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ईड़ा पिंगला और सुखमना त्रिकुटी सुखमना नाड़ी भाव जिथे कुंभक करीदा यानी सवासा नूं अंदर हाओगो पौण है उड़े नाल पौण दा जलंधर बंद मूल बंद आदि लाईदा है। इस तो रहत मैं हो जावांगा। इसे प्रकार जिहदे विच आपां कहंदे अमृत छको रहनी रहे सोई सिख मेरा वो साहिब मैं कशहरा वधे भी है। आ जांगीए जूंगीए मैनू माफ़ करना जिहड़े बाज़ारां चों मिलदे ने तो ये मर्यादा च नहीं हैं। जे गात्रा नहीं पाउणा अमृत नहीं छकना तो कोई गल नहीं, पर कशहरा जरूर पाउणा चाहिए है। तो ये शरीर का पड़दा है, इस वास्ते कशहरा धारण करना, ये पंजां ककारां दी रहत विच रहना, ये कर्म कथा है गुरुद्वारे दी। ये समझ लो कि गंगा है ते जिहड़ी जमुना, जमुना का मतलब उपासना, गुरु ग्रंथ साहिब नूं रमाला साहिब भेटा करना, अरदास विच जुड़ना, साहिबां दा सत्कार करना ते गुरु घर दी सेवा करनी। ये महाराज का जिहड़ा सत्कार दी कथा है उपासना, ये समझ लो कि जमुना है। ते जो ब्रह्म ज्ञान की कथा जो आप श्रवण कर रहे हो, निरोल गुरबाणी की कथा, ये ज्ञान की कथा जी सुखमना है। इंज पातशाह जी कथन करते हैं पौन पौने बंद रहाओगो। कथा जरूर सुननी चाहिए है, ये नाल समझ आती है। इन्हां दी पौने वासना के बंधना तो मैं रहत हो जावांगा। इस प्रकार ईड़ा पिंगला और सुखमना जिहड़ा तमोगुण विच मन दा इड़ा भाव अड़े रहना है, जिहड़ा मन दा पिंगला भाव निरोध कर लेना है, ते जिहड़ी उपासना मन नूं सुख देण वाली है। पौने बंद रहाओगो अते जिहड़ा दसवें द्वार विच प्राणां नूं चढ़ाउणा है, इत्यादि इन्हां सारे बंधनां तो मैं रहत हो जावांगा। चंद सूरज दोए सम कर रखाओ। चंद्रमा दी सुर इड़ा सूरज दी सुर पिंगला आदि दोहां विच समान बिरती करके रखांगा। भाव जो चंद्रमा करके ठंड ते सूरज करके गर्मी वधाई दी है, यदि मैनू लोड़ नहीं है। इसी प्रकार चंद सूरज दोए सम कर रखाओ। जो चंद्रमा की तरह अविद्या रूप रात विच माया का मोह चानन करने वाला है, ते जो सूरज तमोगुण भाव अज्ञान रूप है, इन्हां दोहां दे प्रकाशक चेतन स्वरूप दे विच समान बिरती टका के रखांगा। इसी प्रकार चांद सूरज दोए सम कर रखाओ। चंद्रमा भाव राग, सूरज भाव विवेक, या प्रोग ते अप्रोग ज्ञान, या निर्गुण ते सरगुण का ज्ञान, इन्हां दोहां विच
ਸਮਾਨ ਬਿਰਤੀ ਕਰਕੇ ਰੱਖਾਂਗਾ। ਬ੍ਰਹਮ ਜੋਤ ਮਿਲ ਜਾਓਗੋ, ਕਿਉਂਕਿ ਹੁਣ ਮੈਂ ਪ੍ਰਕਾਸ਼ ਰੂਪ ਬ੍ਰਹਮ ਦੇ ਵਿੱਚ ਪਰਮੇਸ਼ਰ ਵਿੱਚ ਮਿਲ ਜਾਵਾਂਗਾ। ਤੀਰਥ ਦੇਖਨ ਜਲ ਮਹ ਪੈਸੋ, ਕਿਸੇ ਤੀਰਥ ਦਾ ਮਹਾਤਮ ਵੇਖ ਕੇ ਮੈਂ ਪਾਣੀ ਵਿੱਚ ਪ੍ਰਵੇਸ਼ ਨਹੀਂ ਹੋਵਾਂਗਾ, ਕਿਉਂਕਿ ਨਹਾਉਣ ਦੇ ਨਾਲ ਕੱਖ ਨਹੀਂ ਬਣਦਾ। ਕਬੀਰ ਗੰਗਾ ਤੀਰ ਜੋ ਘਰ ਕਰੈ, ਭਾਵੇਂ ਗੰਗਾ ਦੇ ਕਿਨਾਰੇ ਤੇ ਕੋਠੀ ਬਣਾ ਲਓ, ਰੋਜ਼ ਹੀ ਗੰਗਾ ਨਹਾਈ ਜਾਓ। ਕਈਆਂ ਨੇ ਬੋਤਲ 'ਚ ਪਾਣੀ ਪਾ ਕੇ, ਭਾਵੇਂ ਭਰਿਆ ਨਹਿਰ 'ਚੋਂ ਹੀ ਹੋਵੇ, ਉੱਤੇ ਲਿਖਿਆ ਹੁੰਦਾ ਗੰਗਾ ਜਲ, ਬੋਤਲਾਂ ਹੀ ਗੰਗਾ ਜਲ ਦੀਆਂ ਬਣਾਤੀਆਂ, ਭਾਵੇਂ ਹਮੇਸ਼ਾ ਗੰਗਾ ਜਲ ਹੀ ਪੀਓ। ਕਈਆਂ ਦੇ ਨਿਯਮ ਨੇ, ਉਹ ਆਪਦੀ ਗੱਡੀ ਲੈ ਕੇ ਗੰਗਾ 'ਚੋਂ ਡਰਮ ਭਰ ਲਿਆਉਂਦੇ ਨੇ, ਪੀਂਦੇ ਹੀ ਗੰਗਾ ਜਲ ਨੇ। ਭਾਵੇਂ ਗੰਗਾ ਦੇ ਘਰ ਕਿਨਾਰੇ ਤੇ ਆਪਦਾ ਘਰ ਬਣਾ ਕੇ ਰਹਿਣ ਲੱਗ ਪਓ, ਤੇ ਭਾਵੇਂ ਗੰਗਾ ਜਲ ਹੀ ਪੀਣਾ ਸ਼ੁਰੂ ਕਰ ਦਿਓ, ਇਹਦੇ ਨਾਲ ਨਹੀਂ ਕੱਖ ਵੀ ਬਣਨਾ। ਗੱਲ ਤਾਂ ਬਣਨੀ ਹੈ ਜੇ ਚੌਂਕੜਾ ਮਾਰ ਕੇ ਨਹਾ ਧੋ ਕੇ ਵਾਹਿਗੁਰੂ ਵਾਹਿਗੁਰੂ ਕਰੋਗੇ। ਇਸ਼ਨਾਨ ਦਾ ਲਾਭ ਤਾਂ ਹੀ ਹੈ ਜੇ ਜਪਜੀ ਸਾਹਿਬ ਦਾ ਪਾਠ ਕੀਤਾ, ਨਹੀਂ ਕੀਤਾ ਕੋਈ ਫਾਇਦਾ ਨਹੀਂ। ਇਹ ਤਾਂ ਸਰੀਰ ਦੀ ਸਫਾਈ ਹੋ ਗਈ ਹੈ, ਮਿੰਟ ਦੀ ਮਿੰਟ ਸਰੀਰ ਠੰਡਾ ਹੋ ਜਾਊਗਾ, ਮੁੜ ਕੇ ਫਿਰ ਗਰਮੀ ਨਾਲ ਉਸੇ ਤਰ੍ਹਾਂ ਹੀ। ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵੇ ਨਿਰਮਲ ਨੀਰ। ਇਹ ਕਬੀਰ ਜੀ ਕਹਿ ਰਹੇ ਨੇ। ਜਿੰਨੀ ਵੀ ਕਥਾ ਮੈਂ ਤੁਹਾਨੂੰ ਸਰਵਣ ਕਰਾ ਰਿਹਾ, ਇਹ ਗੁਰਬਾਣੀ ਦੀ ਰੌਸ਼ਨੀ 'ਚ ਬੋਲ ਰਿਹਾ, ਆਪਦੇ ਕੋਲੋਂ ਨਹੀਂ ਮੈਂ ਕੁਛ ਵੀ ਬੋਲਦਾ। ਕਬੀਰ ਜੀ ਦੀ ਕਥਾ ਹੈ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ। ਇਹੋ ਕਹਿ ਰਮੇ ਕਬੀਰ। ਕਹਿੰਦੇ ਮੈਂ ਪਾਣੀ ਵੇਖ ਕੇ ਪਾਣੀ 'ਚ ਨਹੀਂ ਪ੍ਰਵੇਸ਼ ਹੋਵਾਂਗਾ। ਜੀ ਜੰਤ ਨ ਸਤਾਵੋਗੋ, ਪਾਣੀ ਵਿੱਚ ਰਹਿਣ ਵਾਲੇ ਸਥੂਲ ਜੀਵ ਤੇ ਸੂਖਮ ਜੀਵਾਂ ਨੂੰ ਵੀ ਮੈਂ ਸਤਾਵਾਂਗਾ ਨਹੀਂ। ਆ ਸਰੋਵਰ 'ਚ ਜਦੋਂ ਮੜੀ ਦਾ ਮੱਛੀਆਂ ਡਰ ਕੇ ਪਰਾਂ ਨੂੰ ਭੱਜ ਜਾਂਦੀਆਂ ਨੇ, ਸਤਾਉਣਾ ਹੀ ਆ ਉਹਨਾਂ ਨੂੰ, ਚੰਗੀਆਂ ਭਲੀਆਂ ਆਨੰਦ ਲੈਂਦੀਆਂ ਨੇ। ਤੋ ਇਸ ਤਰੀਕੇ ਦੇ ਨਾਲ ਮੈਂ ਜੀਆਂ ਜਨਤਾ ਨੂੰ ਵੀ ਸਤਾਵਾਂਗਾ ਨਹੀਂ, ਭਾਵ ਕਿ ਮੈਂ ਦਇਆ ਕਰਾਂਗਾ। 68 ਤੀਰਥ ਗੁਰੂ ਦਿਖਾਏ, ਮੈਨੂੰ ਤਾਂ ਮੇਰੇ ਗੁਰੂ ਨੇ 68 ਤੀਰਥ ਗੁਰਦੁਆਰੇ ਦਿਖਾ ਦਿੱਤੇ ਨੇ। 68 ਤੀਰਥ ਜੈ ਸਾਧ ਭਗਤਰ, ਸਾਧ ਨਾਮ ਹੈ ਸ੍ਰੇਸ਼ਟ ਸਤਿਗੁਰਾਂ ਦਾ। ਜਿੱਥੇ 8 ਗੁਰੂਆਂ ਨੇ 9 ਪਾਤਸ਼ਾਹੀਆਂ ਨੇ ਚਰਨ ਪਾਏ ਸੱਚਖੰਡ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ, ਉਹ ਸਰੋਵਰ ਸਾਡੇ ਲਈ 68 ਤੀਰਥਾਂ ਦੇ ਬਰਾਬਰ ਹੈ। ਗੁਰੂ ਘਰ ਦੇ ਵਿੱਚ ਕਥਾ ਕੀਰਤਨ ਬਾਣੀ ਦਾ ਪ੍ਰਵਾਹ ਚੱਲਦਾ, ਸਰੋਵਰ ਅੰਮ੍ਰਿਤ ਹੈ। ਆ ਸੰਗਤ ਹੀ 68 ਤੀਰਥ ਹੈ। ਸੋਨੇ 68 ਕਾ ਇਸ਼ਨਾਨ, ਇਹ ਮੈਨੂੰ ਮਹਾਰਾਜ ਨੇ ਇੱਥੇ ਹੀ ਦਿਖਾ ਦਿੱਤੇ ਨੇ। ਘਟ ਹੀ ਭੀਤਰ ਨਾਓਗੋ, ਇਸ ਲਈ ਮੈਂ ਤਾਂ ਬ੍ਰਹਮਾਕਾਰ ਬਿਰਤੀ ਕਰਕੇ ਆਪਣੇ ਹਿਰਦੇ ਦੇ ਵਿੱਚ ਹੀ ਬ੍ਰਹਮ ਸਰੂਪ ਰੂਪ ਹਰੀ ਜਲ ਵਿੱਚ ਇਸ਼ਨਾਨ ਕਰਾਂਗਾ। ਪੰਜ ਸਹਾਈ ਜਨ ਕੀ ਸ਼ੋਭਾ, ਤੀਰਥ ਨਾਮ ਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪੰਜ ਸਹਾਈ, ਪੰਜ ਪੈਂਚ, ਚੌਧਰੀ ਨੰਬਰਦਾਰਾਂ ਦਾ ਨਾਮ ਹੈ। ਇਹ ਬਣ ਕੇ ਮੈਂ ਲੋਕਾਂ ਦੀ ਸਹਾਇਤਾ ਕਰਨੀ ਤੇ ਜਨ ਕੀ ਸ਼ੋਭਾ, ਫਿਰ ਸੰਸਾਰੀ ਪੁਰਖ ਦੀ ਵਡਿਆਈ ਲੈਣੀ। ਭਲੋ ਭਲੋ ਨਾ ਕਹਾਵੋਗੋ, ਇੰਜ ਮੈਂ ਵੋਟਾਂ 'ਚ ਖੜ ਕੇ ਪੰਜ ਸਰਪੰਚ ਬਣ ਗਏ, ਚੌਧਰੀ ਨੰਬਰਦਾਰ ਬਣ ਗਏ, ਲੋਕਾਂ ਦੇ ਕੰਮ ਕਰਾ ਕੇ ਆਪਦੇ ਆਪ ਨੂੰ ਚੰਗਾ ਚੰਗਾ ਵੀ ਨਹੀਂ ਕਹਾਵਾਂਗਾ। ਮਤਲਬ ਮੈਨੂੰ ਕੋਈ ਚੰਗਾ ਕਹਾਉਣ ਦੀ ਇੱਛਾ ਰਹੀ ਹੋਈ ਨਹੀਂ, ਮੈਂ ਤਾਂ ਪਰਮੇਸ਼ਰ ਦੇ ਸਰੂਪ 'ਚ ਲੀਨ ਹੋਵਾਂਗਾ। ਲੋਕਾਂ ਦੀ ਵਾਹ ਖੱਟਣ ਨਾਲ ਕੁਝ ਨਹੀਂ ਮਿਲਦਾ। ਲੋਕਣਗੀਆਂ ਵਡਿਆਈਆਂ ਬੈਸੰਤਰ ਭਾਗੋ, ਜੋ ਮਿਲੇ ਪਿਆਰਾ ਆਪਣਾ, ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾ ਕੋ। ਤੋ ਇਸ ਵਾਸਤੇ ਵੋਟਾਂ ਦੇ ਵਿੱਚ ਮੈਂ ਨਹੀਂ ਕਦੀ ਖੜਾਂਗਾ। ਲੋਕਾਂ ਦੀ ਵਡਿਆਈ ਦੀ ਇੱਛਾ ਹੀ ਨਹੀਂ। ਮਹਾਂਪੁਰਖਾਂ ਨੇ, ਮੈਂ ਗੁਰਬਾਣੀ ਦਾ ਅਦਬ ਇੱਕ ਟਰੈਕਟ ਛਾਪਿਆ ਸੀ, ਟਕਸਾਲ 'ਚ ਰਹਿੰਦੇ ਆ, ਉਹ 'ਚ ਮਹਾਂਪੁਰਖਾਂ ਦੇ ਬਚਨ ਲਿਖੇ ਨੇ। ਮਹਾਂਪੁਰਖਾਂ ਦੇ ਬਚਨ ਸੀਗੇ, ਕਿਤੇ ਵੀ ਕਿਸੇ ਨਗਰ ਦੇ ਵਿੱਚ ਗ੍ਰੰਥੀ ਸਿੰਘ ਨੂੰ ਭੇਜਦੇ। ਸਾਡੇ ਗ੍ਰੰਥੀਆਂ ਦਾ ਕੰਮ ਕੀ ਹੁੰਦਾ? ਪਾਰਟੀ ਬਣਾਉਣੀ। ਜਿੰਨਾ ਚਿਰ ਪਾਰਟੀ ਨਾ ਬਣਾਓ ਉਹਨਾਂ ਚਿਰ ਰਿਹਾ ਵੀ ਨਹੀਂ ਜਾਂਦਾ, ਗੰਢ ਧੁੱਪ ਰੱਖਣੀ ਪੈਂਦੀ ਹੈ।
ਗੱਲਬਾਤ ਹੋ ਜਾਏ ਤੇ ਸਿਫਾਰਿਸ਼ ਪਾਉਣੀ ਪੈਂਦੀ ਤਾਂ ਉਹ ਗ੍ਰੰਥੀ ਪਾਰਟੀ ਬਣਾ ਕੇ ਲੜਾਈ ਕਰਾ ਦਿੰਦੇ ਨੇ। ਕਈਆਂ ਪਿੰਡਾਂ 'ਚ 2-2 3-3 ਗੁਰਦੁਆਰੇ ਗ੍ਰੰਥੀਆਂ ਕਰਕੇ ਬਣੇ ਨੇ। ਤਾਂ ਮਹਾਂਪੁਰਖ ਬਚਨ ਕਰਦੇ, ਭਾਈ ਤੁਸੀਂ ਸੇਵਾ ਲਈ ਚੱਲੇ ਹੋ ਤੇ ਕਦੀ ਵੋਟ ਨਹੀਂ ਪਾਉਣੀ, ਮਤਲਬ ਜਿਹਨੂੰ ਪਾਓਗੇ ਉਹ ਖੁਸ਼ ਹੋ ਜਾਓ, ਨਹੀਂ ਪਾਓਗੇ ਤੁਹਾਡੇ ਤੇ ਗੁੱਸੇ ਹੋ। ਪਾਰਟੀ ਬਣ ਗਈ ਆਪਣੇ ਆਪ ਹੀ, ਠੀਕ ਹੈ। ਆਓ ਅਰਦਾਸ ਕਰਦੇ ਹਾਂ, ਸਾਰੇ ਆਓ, ਕਾਂਗਰਸੀ ਵੀ ਆਓ, ਅਕਾਲੀ ਵੀ ਆਓ, ਸਾਰੇ ਆਓ, ਆਪ ਵਾਲੇ ਵੀ ਆਓ। ਸਾਡਾ ਕੰਮ ਕੀ ਹੋਇਆ ਕਿਸੇ ਨਾਲ ਖੜਨ ਦਾ? ਸਾਡੇ ਲਈ ਤਾਂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ, ਸਾਰੇ ਜਿੱਤਣ, ਸਾਰੇ ਕੰਮ ਕਰਨ, ਸਾਰਿਆਂ ਦੀ ਅਰਦਾਸ ਗੁਰਦੁਆਰੇ ਹੋਣੀ, ਮੱਥਾ ਵੀ ਸਾਰਿਆਂ ਨੇ ਟੇਕਣਾ। ਜੇ ਗ੍ਰੰਥੀ ਇੱਕ ਪਾਸੇ ਹੋ ਗਿਆ, ਅਗਲਾ ਵੇਖੂਗਾ ਵੀ ਇਹ ਤਾਂ ਫਲਾਣੇ ਦਾ ਬੰਦਾ। ਸੋ ਗ੍ਰੰਥੀ ਕਦੀ ਵੋਟ ਨਾ ਪਾਏ ਤੇ ਵੋਟਾਂ 'ਚ ਖੜੇ ਨਾ, ਇਹ ਮਹਾਂਪੁਰਖ ਬਚਨ ਕਰਿਆ ਕਰਦੇ ਸਨ। ਪਰ ਕਲਯੁਗ ਹੈ, ਕਿਸੇ ਨਾ ਕਿਸੇ ਨਾਲ ਤਾਂ ਲੱਗਣਾ ਹੀ ਪੈਂਦਾ। ਤੋ ਇਸ ਵਾਸਤੇ ਜਿਹੜੇ ਸੰਤ ਨੇ, ਭਗਤ ਨੇ, ਮਹਾਂਪੁਰਖਾਂ ਨੇ ਵੀ ਐਲਾਨ ਕੀਤਾ ਸੀ, ਕਹਿੰਦੇ ਵੀ ਨਾ ਤਾਂ ਮੈਂ ਅਕਾਲ ਤਖਤ ਦੀ ਜਥੇਦਾਰੀ ਲੈਣੀ, ਮੈਨੂੰ ਕੋਈ ਭੁੱਖ ਨਹੀਂ, ਨਾ ਮੈਂ ਵੋਟਾਂ 'ਚ ਖੜ ਕੇ, ਜੋ ਰੱਬ ਨੇ ਮੈਨੂੰ ਦੇਤਾ ਸੰਤ ਬਣਾਤਾ, ਮੈਂ ਇਹੀ ਰਹਿਣਾ ਜ਼ਿੰਦਗੀ ਭਰ। ਜੇ ਕੋਈ ਮਤਾਂ ਭੁਲੇਖੇ ਵਿੱਚ ਰਹੇ, ਇਹ ਰੌਲਾ ਪਾਉਂਦਾ ਹੈ, ਬੰਦੇ ਇਕੱਠੇ ਕਰਕੇ ਆਪਣੇ ਨਾਲ ਲਾਉਂਦਾ, ਸ਼ਾਇਦ ਪਤਾ ਨਹੀਂ ਇਹਨੇ ਕੋਈ ਪ੍ਰਧਾਨਗੀ ਲੈਣੀ ਹੈ, ਕਹਿੰਦੇ ਪ੍ਰਧਾਨ ਨਹੀਂ ਮੈਂ ਬਣਨਾ। ਤਾਂ ਇਸ ਤਰ੍ਹਾਂ ਮਨ ਦੀ ਇੱਛਾ ਤਿਆਗਣੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਕਾਹਦੀ ਪ੍ਰਧਾਨਗੀ ਹੈ ਭਾਈ? ਇੱਥੇ ਤਾਂ ਨਿਮਰਤਾ ਵਾਲੇ ਹੀ ਸ਼ੋਭਨੀਕ ਹੁੰਦੇ ਨੇ। ਸੰਤ ਭਗਤਾਂ ਦੀ ਜੈ ਜੈਕਾਰ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਇੱਥੇ ਰੱਬ ਦੇ ਨਾਮ ਦੀ ਵਡਿਆਈ ਕਰਨੀ ਚਾਹੀਦੀ, ਆਪ ਦੀ ਸ਼ੋਭਾ ਕਾਹਤੋਂ ਕਹਾਉਣੀ ਹੈ? ਇਸ ਲਈ ਨਾਮਦੇਵ ਜੀ ਸੰਤ ਨੇ, ਭਗਤ ਨੇ, ਕਹਿੰਦੇ ਵੀ ਮੈਂ ਤਾਂ ਮਹਾਰਾਜ ਦੇ ਸਰੂਪ 'ਚ ਲੀਨ ਹੋਣਾ, ਮੈਂ ਤਾਂ ਰੱਬ ਦੀ ਸ਼ੋਭਾ ਕਰਨੀ ਤੇ ਰੱਬ ਦੀ ਸ਼ੋਭਾ ਕਰਾਉਣੀ ਹੈ, ਗੁਰੂ ਦੀ ਵਡਿਆਈ ਕਰਨੀ ਹੈ, ਗੁਰੂ ਦੀ ਵਡਿਆਈ ਕਰਾਉਣੀ ਹੈ। ਤੇ ਮੈਨੂੰ ਤਾਂ ਹੋਰ ਕਿਸੇ ਦੀ ਕੋਈ ਵਾਹ ਦੀ ਇੱਛਾ ਨਹੀਂ ਹੈ। ਨਾਮ ਕਹੈ ਚਿਤ ਹਰਸਿਉ ਰਾਤਾ। ਨਾਮਦੇਵ ਜੀ ਕਹਿੰਦੇ ਨੇ ਮੇਰਾ ਚਿੱਤ ਤਾਂ ਪਰਮੇਸ਼ਰ ਦੇ ਨਾਮ ਦੇ ਨਾਲ ਰੰਗਿਆ ਗਿਆ ਹੈ। ਸੁਨ ਸਮਾਦ ਸਮਾਓਗੋ। ਇਸ ਕਰਕੇ ਹੁਣ ਮੈਂ ਅਫੁਰ ਸਮਾਧੀ ਦੇ ਵਿੱਚ ਸਮਾਵਾਂਗਾ, ਜਾਂ ਜੋ ਅਫੁਰ ਬ੍ਰਹਮ ਹੈ ਉਹਦੇ ਸਮਾਧੀ ਲਾ ਕੇ ਮੈਂ ਸਮਾ ਲੀਨ ਹੋ ਜਾਵਾਂਗਾ, ਭਾਵ ਮੈਂ ਗਿਆਨ ਰੂਪ ਪਰਲੋਂ ਵਿੱਚ ਅਸਥਿਤ ਹੋਵਾਂਗਾ। ਮਾਏ ਨਾ ਹੋਤੀ ਬਾਬਨ ਹੋਤਾ। ਇਸ ਸ਼ਬਦ ਵਿੱਚ ਗਿਆਨ ਪਰਲੋ ਦਾ ਪ੍ਰਕਰਨ ਨਾਮਦੇਵ ਜੀ ਕਥਨ ਕਰਦੇ ਨੇ। ਜਦੋਂ ਬ੍ਰਹਮ ਗਿਆਨ ਹੋ ਜਾਏ ਤਾਂ ਸਮਝ ਲਓ ਪਰਲੋ ਹੋ ਗਈ, ਸਭ ਕੁਝ ਹੀ ਅਭਾਵ ਹੋ ਗਿਆ। ਇਹ ਭਾਈ ਜਦੋਂ ਮਾਂ ਨਹੀਂ ਹੁੰਦੀ ਸੀ, ਪਿਤਾ ਵੀ ਨਹੀਂ ਹੁੰਦਾ ਸੀ, ਅਤੇ ਕਰਮ ਨ ਹੋਤੀ ਕਾਇਆ। ਕਰਮ ਵੀ ਨਹੀਂ ਸਨ ਬਣੇ ਤੇ ਦੇਹ ਵੀ ਨਹੀਂ ਹੁੰਦੀ ਸੀ, ਜਾਂ ਕਰਮ ਨਾ ਬਣਨ ਕਰਕੇ ਦੇਹ ਵੀ ਨਹੀਂ ਹੁੰਦੀ ਸੀ। ਹਮ ਨਹੀਂ ਹੋਤੇ ਤੁਮ ਨਹੀਂ ਹੋਤੇ। ਜਦੋਂ ਅਸੀਂ ਵੀ ਨਹੀਂ ਹੁੰਦੇ ਸੀ ਤੇ ਤੁਸੀਂ ਵੀ ਨਹੀਂ ਹੁੰਦੇ ਸੀ, ਭਾਵ ਜੀਵ ਈਸ਼ ਦਾ ਭੇਦ ਗਿਆਨ ਨਹੀਂ ਸੀ। ਕਵਨ ਕਹਾਂ ਤੇ ਆਇਆ। ਉਦੋਂ ਪਰਮੇਸ਼ਰ ਤੋਂ ਬਗੈਰ ਕੌਣ ਸੀ ਤੇ ਕਿੱਥੋਂ ਤੋਂ ਆਇਆ ਸੀ? ਭਾਵ ਕੋਈ ਵੀ ਨਹੀਂ ਸੀ, ਪਰਮੇਸ਼ਰ ਆਪੇ ਹੀ ਆਪ ਸੀ। ਜਬ ਆਕਾਰ ਇਹੋ ਕਾਸ਼ ਨਾ ਦ੍ਰਿਸ਼ਟੇਤਾ, ਪਾਪ ਪੁਨ ਤਬ ਕਹਤੇ ਹੋਤਾ। तो इस तरह इस अष्टपदी विच यही ज्ञान दी परलो कही है। राम कोए ना किसही केरा। ये भाई उदों कोई भी किसी दा नहीं सी। जैसे तरवर पंख बसेरा। जिमें वृक्ष दे उपर पंछी दा वासा हुंदा, इंज संसार रूपी दरख्त दे उत्ते जीरो पंछियां दा वासा है। बिरख पसेरो पंख को तैसो एहो संसार। रहाओ राम देखे फरमान करदे ने। चंद न होता सूर न होता। जदों चंद्रमा भी नहीं हुंदा सी, प्रकाश करने वाला सूरज भी नहीं हुंदा सी। पानी पवन मिलाया। ते पानी हवा नूं नहीं मिलाउणा कीता सी। पानी दे हवा दे तत्तां दे मिलाप करके शरीर भी नहीं सी बनिया।
शास्त्र शासत ना होता वेद न होता। फिर शास्त्रां दी रचना करन वाले रखियां दे जम्मण तो पहला कोई शास्त्र भी नहीं हुंदा सी। ब्रह्मा आदिक दे जम्मण तो पहला कोई वेद भी नहीं सी हुंदा। कर्म कहाँ ते आया। फिर नित निमित प्राश्चित आदि कर्म किथों तो आया सी। मतलब कोई कर्म करन वाला ही नहीं सी, कोई कर्म ही नहीं सी। खेचर पूचर तुलसी माला। कोई खेचरी पूचरी आदिक द्वारा पुराना याम करता है ते कोई तुलसी दी माला पहनदा है। गुर प्रसादी पाया। परम परमेश्वर पूरे गुरां दी कृपा द्वारा पाया जाता है। इसी तरह खेचर पूचर तुलसी माला। खेचरी पूचरी आदिक मंदिरां दे पैरन या तुलसी दी माला फेरन नाल परमेश्वर दी प्राप्ति नहीं हुंदी है। गुर प्रसादी पाया। जिन्ने भी उन्होंने पाया गुरां दी कृपा द्वारा ही पाया है। इसी प्रकार खेचर पूचर तुलसी माला। छे आकाश विच चार विचरण वाले जो देवते ने, भूमि पृथ्वी ते चार विचरण वाले जो मनुख ने, या जेड़े तुलसी दी माला पहनन वाले वैष्णव लोक हन आदक किसी ने भी परमेश्वर नहीं पाया। गुर प्रसादी पाया। जिस किसी ने भी पाया वो गुरां दी कृपा द्वारा ही पाया है। फिर उसकी प्राप्ति किवें हुंदी है जी, तां दसदे ने इसी प्रकार। खेचर पूचर तुलसी माया। सो जेड़ा तुलसी माला जेड़ा चेतन ब्रह्म खे आकाश विच चार विचरण वाला है, भू पृथ्वी दियां जूनां दे विच चार विचरण वाला, ਅਤੇ जो सारे जीवां दी माला पंक्ति विच एक तुलसी बराबर है, बराबर सी बराबर होवेगा। गुर प्रसादी पाया। गुरां दी कृपा द्वारा पाया है, प्राप्त हुंदा इसी प्रकार। खेचर पूचर तुलसी माला। आकाश विच विचरण वाले देवते ते पृथ्वी ते विचरण वाले जीवां दे अंदर इको परमेश्वर है, जिस दी ऐसी तुल बराबरता वाली बिरती हो गई सी, वो ब्रह्म ज्ञानी बन गया सी, हो गई है सो ब्रह्म ज्ञानी है। गुर प्रसादी पाया। ते उन्हें हिरदे विचों शुद्ध स्वरूप नूं पा के मगरों माया ला दी है, क्योंकि उन्हें गुरां दी कृपा द्वारा परमेश्वर दे स्वरूप नूं पाउणा कीता है। नामा प्रणवै परम दाता है। नामदेव जी प्रणवै उचारण करते ने कि जो परम बड़ा सिद्धांत स्वरूप है या असली तत्व स्वरूप है, भाव सारियां विच अपना आत्मा स्वरूप है। सतगुर होए लखाया। वो सच्चे गुरु का जनाया होया जानिया जा सकता है, या उसका सतगुरु द्वारा जानना हुंदा है। भाई रे गुर बिन ज्ञान ना होए, पूछो ब्रह्मे नारद वेद व्यासै कोय। हे गुरमुखो हे भरावो, गुरु तो बगैर ज्ञान की प्राप्ति नहीं हुंदी, गुरु तो बगैर कोई जनाउंदा नहीं। श्लोक सतपुरख जिन जानिया सतगुर तिसका नाम। सतगुरु सच्चे पातशाह जी उन्हां नूं कहिंदे ने जिन्हें सतपुरख नूं खुद आप जानिया, जिन्हें जान लिया, जिन्हें दर्शन कीते उही अगे दसूंगा। श्री गुरु नानक देव जी खुद ब्रह्म निरंकार ते वेई द्वारा 3 दिन प्रवेश हो के अकाल पुरख दे सन्मुख दर्शन करते रहे। उतों ही मूल मंत्र जपजी साहब माला मंत्र गुरबाणी की बख्शिश लैके फिर संसार के जीआं नूं ब्रह्म ज्ञान बख्शिया है। तो मुढ़ तो ही
ब्रह्म ज्ञान की दात देने वाले सतगुरु जिस तरह गोपाल पांधे नूं ते या नूरदीन काजी नूं छोटी उम्र 'च ही ज्ञान दिता, पर मर्यादा निभाउंदियां होया अकाल पुरख वाहिगुरु जी के सन्मुख होए। तो जिसने सचखंड दे वासी बनना कीता, उत्थों दे दर्शन वाल सब संतां भगतां ने भी पहलां दर्शन पाए, फिर बाणी उचारी। जिवें धन्ने नूं रब मिलिया फिर उन्हां आरता कीता। ये सारियां दी बाणी अकाल पुरख नूं पाउण तों बाद उचारी गई। जब देखा तब गावा, जिन्हों आप ज्ञान नहीं वो दूसरे नूं की शिक्षा देगा। अंधे खूही अंधे ठेले, अंधे गुरु ते भरम न जाई। सो जिहड़ा गुरु है ज्ञानवान होना चाहिए। सो साडा गुरु सतपुरख नूं जानन वाला, सतपुरख जिन जानिया सतगुर तिसका नाओ, तिसका संग से खुदरा नानक हर गुण गाओ। श्री गुरु नानक देव महाराज का 5वां स्वरूप फरमाउंदे ने, जे तुसी हरि दे गुण गाओगे तो सतगुरु की संगत करके वो सिख उधर जाणगे। सो जिहड़े महाराज का बचन मन के बाणी पढ़नगे, नाम जपणगे, कथा कीर्तन रूपी गुण गाउणगे, गुण गावत होवत प्रकाश। सो महाराज की कृपा होएगी। इत्थे समाप्ति है जी। भुल्लां चुक्कां दास दियां समझ के माफ़ करनियां जी, उपदेश गुरु जी का समझ के धारण करना। आओ 2 पंक्तियां सरवण करके फतेह बुलाओ जी। खेचर पूचर तुलसी माला, गुर प्रसादी पाया। नामा प्रणव परम दत्त है, सतगुर होए लखाया। वाहिगुरु जी का खालसा, वाहिगुरु जी की